ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਸਾਡੇ ਤੇ ਬਹੁਤ ਵੱਡਾ ਇਹ ਪਰਉਪਕਾਰ ਕੀਤਾ, ਜੋ ਗੁਰੂ ਸਾਹਿਬਾਨਾਂ ਦੀ, ਭਗਤਾਂ ਦੀ, ਭੱਟਾਂ ਦੀ ਬਾਣੀ ਸਿੱਖਾਂ ਦੀ ਇਕੱਤਰ ਕਰਕੇ ਪੋਥੀ ਪਰਮੇਸ਼ਰ ਕਾ ਥਾਨ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ 1604 ਈਸਵੀ ਨੂੰ ਪਹਿਲਾ ਪ੍ਰਕਾਸ਼ ਕੀਤਾ। ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਸੌਂਪਿਆ ਗਿਆ ਤੇ ਇੰਨਾ ਸਤਿਕਾਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੀਤਾ ਕਿ ਉਸ ਦਿਨ ਤੋਂ ਬਾਅਦ ਇਤਿਹਾਸਕਾਰ ਕਹਿੰਦਾ ਕਿ ਪਾਤਸ਼ਾਹ ਨੇ ਆਪਣਾ ਆਸਣ ਜ਼ਮੀਨ ਦੇ ਉੱਪਰ ਲਾਉਣਾ ਸ਼ੁਰੂ ਕਰਤਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਇਹ ਆਉਣ ਵਾਲੇ ਭਵਿੱਖ ਨੂੰ ਜਾਣ ਕੇ ਕਿ ਕਿਸੇ ਸ਼ਰਾਰਤੀ ਬੰਦੇ ਵੱਲੋਂ ਗੁਰੂ ਸਾਹਿਬਾਨਾਂ ਦੀ, ਭਗਤਾਂ ਦੀ, ਜੋ ਉਹਨਾਂ ਦਾ ਪ੍ਰੈਕਟੀਕਲ, ਜੋ ਇੱਕ ਉਸ ਅਕਾਲ ਪੁਰਖ ਨਿਰੰਕਾਰ ਪਰਮਾਤਮਾ ਵੱਲੋਂ ਜਦੋਂ ਕੋਈ ਇਨਸਾਨ ਉਹਦੀ ਕਿਰਪਾ ਦਾ ਪਾਤਰ ਬਣਦਾ, ਉਹਦੇ ਨਾਲ ਲਿਵ ਲੱਗਦੀ ਆ, ਜੋ ਅਕਾਲ ਪੁਰਖ ਵਾਹਿਗੁਰੂ ਦਾ ਅਨੁਭਵੀ ਗਿਆਨ ਬਾਣੀ ਦੇ ਰੂਪ ਦੇ ਅੰਦਰ ਸਾਨੂੰ ਮਿਲਿਆ, ਇਹਦੇ ਅੰਦਰ ਕੋਈ ਹੋਰ ਆਪਣੀ ਲਿਖਤ ਨਾ ਦਰਜ ਕਰ ਦੇਵੇ। ਤੇ ਉਹਨਾਂ ਨੇ ਫਿਰ ਇਹ ਉਦਮ ਕਰਿਆ ਕਿ ਦੋ ਪੋਥੀਆਂ ਦੇ ਰੂਪ ਦੇ ਅੰਦਰ ਜੋ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ, ਉਹਨਾਂ ਦੇ ਸਪੁੱਤਰ ਬਾਬਾ ਮੋਹਨ ਜੀ ਪਾਸ ਸਨ, ਉਹਨਾਂ ਤੋਂ ਬੜੀ ਨਿਮਰਤਾ ਦੇ ਨਾਲ ਜਾ ਕੇ ਲੈ ਕੇ ਆਉਂਦੇ ਆ। ਇਹ ਵੀ ਇਤਿਹਾਸ ਦੇ ਅੰਦਰ ਪੜ੍ਹਦੇ ਆ ਕਿ ਪਹਿਲਾਂ ਭਾਈ ਗੁਰਦਾਸ ਜੀ ਹੋਰਾਂ ਨੂੰ, ਬਾਬਾ ਬੁੱਢਾ ਜੀ ਹੋਰਾਂ ਨੂੰ ਭੇਜਿਆ ਤੇ ਫਿਰ ਆਪ ਪਾਤਸ਼ਾਹ ਬੜੀ ਨਿਮਰਤਾ ਦੇ ਨਾਲ ਬਾਬਾ ਮੋਹਨ ਜੀ ਪਾਸੋਂ ਪੋਥੀਆਂ ਲੈ ਕੇ ਆਏ, ਇੱਕ ਪਾਲਕੀ ਦੇ ਅੰਦਰ ਵਿਰਾਜਮਾਨ ਕਰਕੇ ਬਹੁਤ ਸਾਨੋ ਸ਼ੌਕਤ ਦੇ ਨਾਲ ਇੱਕ ਰਾਤ ਰਸਤੇ 'ਚ ਖਡੂਰ ਸਾਹਿਬ ਕੱਟ ਕੇ ਤੇ ਅੰਮ੍ਰਿਤਸਰ ਪਹੁੰਚੇ, ਜਿੱਥੇ ਦੁੱਖ ਭੰਜਨੀ ਬੇਰੀ ਆ, ਇੱਥੇ ਮਹਾਰਾਜ ਨੇ ਪਾਲਕੀ ਲਿਆ ਕੇ ਟਿਕਾਈ। ਦੂਸਰੇ ਦਿਨ ਗੁਰਮੁਖਾਂ ਨਾਲ ਵਿਚਾਰ ਕਰਕੇ ਇਕਾਂਤ ਜਗ੍ਹਾ ਵੇਖ ਕੇ ਤੰਬੂ ਲਗਾ ਕੇ, ਇੱਕ ਛੱਪੜੀ ਸੀ ਤੇ ਉਸ ਜਲ ਦਾ ਸਹਾਰਾ ਲੈ ਕੇ ਪਾਤਸ਼ਾਹ ਨੇ ਕਨਾਤਾਂ ਲਗਾ ਕੇ ਭਾਈ ਗੁਰਦਾਸ ਜੀ ਹੋਰਾਂ ਪਾਸੋਂ ਇਹ ਫਿਰ ਸਤਿਗੁਰਾਂ ਦਾ ਜਿਹੜੀ ਬਾਣੀ ਆ, ਇਸ ਨੂੰ ਲਿਖਵਾਉਣਾ ਸ਼ੁਰੂ ਕੀਤਾ। ਜਿਹੜੇ ਸਥਾਨ ਨੂੰ ਅੱਜ ਆਪਾਂ ਰਾਮਸਰ ਦੇ ਨਾਲ ਜਾਣਦੇ ਆ, ਜਿੱਥੇ ਬਹੁਤ ਵੱਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਰੱਖਣ ਵਾਸਤੇ ਸੁੰਦਰ ਇਮਾਰਤ ਤਿਆਰ ਕੀਤੀ ਗਈ ਹੈ। ਗੁਰੂ ਰੂਪ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਕੇਵਲ ਤੋਂ ਕੇਵਲ ਉਹੀ ਆਪਾਂ ਨੂੰ ਤੱਤ ਦਾ ਗਿਆਨ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਪੰਚਮ ਪਾਤਸ਼ਾਹ ਤੱਕ, ਤੇ ਫਿਰ ਭਗਤਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਸਿੱਖਾਂ ਦੀ ਪੜ੍ਹਦੇ ਹਾਂ, ਭੱਟਾਂ ਦੀ ਪੜ੍ਹਦੇ ਹਾਂ, ਜੋ ਸਿਧਾਂਤ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਕਿ ਕਿਵੇਂ ਇਹ ਨਿਰਾਕਾਰ ਆਕਾਰ ਦੇ ਅੰਦਰ ਪ੍ਰਗਟ ਹੋਇਆ, ਕਿਵੇਂ ਇੱਕ ਤੋਂ ਅਨੇਕ ਰੂਪ ਦੇ ਅੰਦਰ ਪ੍ਰਗਟ ਹੋਇਆ, ਕਿਸ ਤਰ੍ਹਾਂ ਮਹਾਰਾਜ ਨੇ ਚਾਰ ਖਾਣੀਆਂ ਦੁਆਰਾ ਇਹ ਸ੍ਰਿਸ਼ਟੀ ਦੀ ਉਤਪਤੀ ਕੀਤੀ, ਕਿਵੇਂ ਜੀਵਾਂ ਨੂੰ ਜੀਆਂ ਦਾ ਆਹਾਰ ਦੀ ਵੰਡ ਕਰਕੇ ਸਾਨੂੰ ਸਮਝਾਈ, ਕਿਸ ਤਰ੍ਹਾਂ ਸਾਨੂੰ ਇਹ 84 ਲੱਖ ਜੂਨ ਦੀ ਸਰਦਾਰੀ ਮਾਨਸ ਦਾ ਜਾਮਾ ਮਿਲਦਾ, ਕਿਸ ਤਰ੍ਹਾਂ ਅਸੀਂ ਇਸ ਸਰਮੌਰ ਜਿਹੜਾ ਸਾਡਾ ਜਨਮ ਆ ਮਾਨਸ ਜਾਮੇ ਦਾ, ਇਹਦੇ ਅੰਦਰ ਦਿੱਤੀ ਹੋਈ ਪ੍ਰਭੂ ਦੀ ਅਕਲ ਦੀ ਕਲਾ ਦੇ ਨਾਲ ਕਿਸ ਤਰ੍ਹਾਂ ਆਪਣੇ ਜੀਵਨ ਦਾ ਆਪਾਂ ਸਫ਼ਰ ਕਰਨਾ, ਜਿਹਦੇ ਨਾਲ ਸਾਡੇ ਜੀਵਨ ਦਾ ਸਫ਼ਰ ਵੀ ਸੌਖਾ ਰਵੇ ਤੇ ਜੋ ਸਾਡੀ ਮੰਜ਼ਿਲ ਹੈ ਉਹਦੀ ਪ੍ਰਾਪਤੀ ਵੀ ਹੋ ਜਾਵੇ। ਜਿਸ ਨੂੰ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀ ਹੈ।
ਪਾਤਸ਼ਾਹ ਨੇ ਇਹ ਜਦੋਂ ਬਹੁਤ ਵੱਡਾ ਸਾਡੇ ਤੇ ਪਰਉਪਕਾਰ ਕਰ ਰਹੇ ਸੀ, ਇੱਥੇ ਬਹੁਤ ਸਾਰੇ ਐਸੇ ਲੋਕ ਵੀ ਸਨ ਜਿਹੜੇ ਆਪਦੇ ਆਪ ਨੂੰ ਪਰਮਾਤਮਾ ਦੇ ਭਗਤ ਸਮਝਦੇ ਸੀ, ਜਿਨ੍ਹਾਂ ਦੀ ਜਾਤੀ ਵੀ ਉੱਚੀ ਮੰਨੀ ਜਾਂਦੀ, ਬ੍ਰਾਹਮਣ ਕੁਲ ਦੇ ਅੰਦਰ ਪੈਦਾ ਹੁੰਦੇ, ਕਿਉਂਕਿ ਉਦੋਂ ਜਾਤ ਪਾਤ ਦਾ ਪ੍ਰਭਾਵ ਕਾਫੀ ਸੰਸਾਰ ਦੇ ਅੰਦਰ ਚੱਲਦਾ ਸੀ। ਜਦੋਂ ਪੁਰਾਤਨ ਆਪਾਂ ਇਤਿਹਾਸ ਪੜ੍ਹਦੇ ਹਾਂ, ਜਿਹੜੇ ਸੂਦਰ ਜਾਤੀ ਦੇ ਅੰਦਰ ਪੈਦਾ ਹੁੰਦੇ, ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਸ਼ੂਆਂ ਵਰਗੀ ਜ਼ਿੰਦਗੀ ਬਤੀਤ ਕਰਨੀ ਪੈਂਦੀ। ਨਾ ਉਹ ਸੰਗਤ ਕਰ ਸਕਦੇ ਸੀ, ਨਾ ਉਹ ਰਸਨਾ ਨਾਲ ਨਾਮ ਜਪ ਸਕਦੇ ਸੀ, ਨਾ ਤੀਰਥਾਂ ਦੇ ਤੱਟਾਂ ਤੇ ਜਾਂਦੇ, ਤੇ ਜੇ ਕੋਈ ਅਜਿਹੀ ਗਲਤੀ ਕਰਦਾ ਤਾਂ ਉਹਨੂੰ ਬਹੁਤ ਸਜ਼ਾ ਦੇ ਦਿੱਤੀ ਜਾਂਦੀ। ਇੱਥੋਂ ਤੱਕ ਵੀ ਆਪਾਂ ਸੁਣਿਆ ਜੀਭਾਂ ਕੱਟ ਦਿੱਤੀਆਂ ਜਾਂਦੀਆਂ, ਕੰਨਾਂ 'ਚ ਸਿੱਕੇ ਢਾਲ ਕੇ ਪਾ ਦਿੱਤੇ ਜਾਂਦੇ। ਉਹਨਾਂ ਦੇ ਜਿਹੜੇ ਬਸਤੀਆਂ ਸੀ ਰਹਿਣ ਵਾਸਤੇ, ਉਹ ਵੀ ਇੱਕ ਸਾਈਡ ਤੇ ਪਾ ਦਿੱਤੀਆਂ ਜਾਂਦੀਆਂ, ਛਿਪਦੀ ਵਾਲੇ ਪਾਸੇ ਨੂੰ। ਭਾਰਤ ਦੀ ਧਰਤੀ ਤੇ ਐਸਾ ਵੀ ਜ਼ੁਲਮ ਹੁੰਦਾ ਰਿਹਾ, ਜਾਤ ਪਾਤ ਦੇ ਭਰਮ ਦੇ ਅੰਦਰ। ਜਿਹੜੇ ਆਮ ਰਸਤੇ ਹੁੰਦੇ, ਇੱਕ ਤਾਂ ਖਾਸ ਰਸਤਾ ਹੁੰਦਾ ਨਾ, ਇੱਕ ਆਮ ਰਸਤਾ ਹੁੰਦਾ ਜਿੱਥੇ ਸਾਰੇ ਲੋਕਾਂ ਨੇ ਚੱਲ ਕੇ ਜਾਣਾ ਹੁੰਦਾ। ਜੇ ਉਸ ਰਸਤੇ ਕਿਸੇ ਸ਼ੂਦਰ ਬੰਦੇ ਨੇ ਜਾਣਾ ਹੁੰਦਾ ਤਾਂ ਉਹਨੂੰ ਵਿਚਾਰੇ ਨੂੰ ਆਪਣੀ ਢੂਹੀ ਦੇ ਉੱਪਰ ਮੋਰ ਦੇ ਖੰਭ ਬੰਨ੍ਹ ਕੇ ਤੁਰਨਾ ਪੈਂਦਾ, ਕਿ ਜਿੱਥੇ ਜਿੱਥੇ ਸ਼ੂਦਰ ਦੇ ਪੈਰ ਧਰਨ ਦੇ ਨਾਲ ਧਰਤੀ ਅਪਵਿੱਤਰ ਹੋ ਰਹੀ ਆ, ਤੇ ਮੋਰ ਦੇ ਖੰਭਾਂ ਦੇ ਨਾਲ ਪਵਿੱਤਰ ਹੁੰਦੀ ਜਾਵੇ। ਜਦੋਂ ਐਸੇ ਸਮੇਂ ਦੇ ਅੰਦਰ ਨਿਰੰਕਾਰ ਅਕਾਲ ਪੁਰਖ ਪਰਮਾਤਮਾ ਨੇ ਭਗਤਾਂ ਨੂੰ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਕਾਫੀ ਭਗਤਾਂ ਨੂੰ ਉਹਨਾਂ ਬਰਾਦਰੀਆਂ ਦੇ ਅੰਦਰ ਭੇਜਿਆ ਗਿਆ ਜਿਨ੍ਹਾਂ ਨੂੰ ਸ਼ੂਦਰ ਜਾਤੀ ਕਿਹਾ ਜਾਂਦਾ, ਜਿਨ੍ਹਾਂ ਦੇ ਅੰਦਰ ਭਗਤ ਰਵਿਦਾਸ ਜੀ, ਨਾਮਦੇਵ ਜੀ, ਕਬੀਰ ਜੀ, ਸਧਨਾ ਜੀ, ਸੈਣ ਜੀ। ਜਦੋਂ ਇਹਨਾਂ ਗੁਰਮੁਖਾਂ ਦੀ ਬਾਣੀ, ਕਿਉਂਕਿ ਇਹਨਾਂ ਨੇ ਵੀ ਆਪਦੇ ਜੀਵਨ ਦੇ ਅੰਦਰ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਮਿਲਾਪ ਕੀਤਾ, ਤੇ ਜੋ ਪ੍ਰੈਕਟੀਕਲ ਉਹਨਾਂ ਦਾ ਹੋਇਆ ਉਹਨੂੰ ਸ਼ਬਦਾਂ ਦੇ ਅੰਦਰ ਲਿਖ ਦਿੱਤਾ ਗਿਆ। ਭਗਤਾਂ ਦੀ ਬਾਣੀ ਇਕੱਠੀ ਹੋਈ, ਪਾਤਸ਼ਾਹ ਨੇ ਪੜ੍ਹੀ, ਵਿਚਾਰੀ, ਤੇ ਜੋ ਜੋਗ ਸੀ ਉਹਨਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕੀਤੀ ਗਈ। ਜਦੋਂ ਇਸ ਗੱਲ ਦਾ ਪਤਾ ਉੱਚੀ ਜਾਤੀ ਵਾਲੇ ਭਗਤਾਂ ਨੂੰ ਲੱਗਿਆ, ਜਿਨ੍ਹਾਂ ਕੋਲੇ ਵਿਦਵਤਾ ਤਾਂ ਸੀ, ਜਿਨ੍ਹਾਂ ਕੋਲੇ ਉੱਚੀ ਜਾਤੀ ਦਾ ਅਹੰਕਾਰ ਵੀ ਬਹੁਤ ਸੀ, ਜਿਨ੍ਹਾਂ ਕੋਲੇ ਦੁਨੀਆ ਦੇ ਅੰਦਰ ਪ੍ਰਭਤਾ ਵੀ ਉਹਨਾਂ ਦੀ ਬਹੁਤ ਸੀ, ਪਰ ਸਾਰਾ ਕੁਝ ਹੋਣ ਦੇ ਬਾਵਜੂਦ ਪਰ ਉਹਨਾਂ ਕੋਲੇ ਪਰਮਾਤਮਾ ਦੀ ਭਗਤੀ ਨਹੀਂ ਸੀ, ਜਿਸ ਕਰਕੇ ਉਹਨਾਂ ਦੇ ਮਨਾਂ ਦੇ ਅੰਦਰ ਬਹੁਤ ਸਾਰੀ ਹਉਮੈ ਵੀ ਆਈ ਹੋਈ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦੇ ਘਰ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਕ ਗ੍ਰੰਥ ਤਿਆਰ ਕਰ ਰਹੇ ਆ, ਤੇ ਉਹਨਾਂ ਨੇ ਵੀ ਆਪਣੇ ਮਨਾਂ ਦੇ ਅੰਦਰ ਵਿਚਾਰ ਬਣਾਈ ਕਿ ਅਸੀਂ ਵੀ ਚੱਲੀਏ। ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜਾ ਉਹ ਗ੍ਰੰਥ ਤਿਆਰ ਕਰ ਰਹੇ ਆ, ਉਹਦੇ ਅੰਦਰ ਸ਼ੂਦਰਾਂ ਦੀ ਵੀ ਬਾਣੀ ਦਰਜ ਕਰ ਦਿੱਤੀ ਗਈ। ਕ੍ਰੋਧ ਦੇ ਅੰਦਰ ਉਹ ਆਏ। 4 ਭਗਤਾਂ ਦਾ ਵੇਰਵਾ ਦਿੱਤਾ ਗਿਆ ਇਤਿਹਾਸ ਦੇ ਅੰਦਰ, ਜਿਨ੍ਹਾਂ ਦੇ ਵਿੱਚੋਂ ਇੱਕ ਕਾਨੇ ਦਾ ਨਾਮ ਆਉਂਦਾ, ਇੱਕ ਪੀਲੋਂ ਭਗਤ ਦਾ, ਇੱਕ ਛੱਜੂ ਦਾ, ਤੇ ਇੱਕ ਨਾਮ ਆਉਂਦਾ ਵਾ ਸਾਹ ਸੈਨ ਦਾ। ਇਹਨਾਂ ਨੇ ਬਿਆਂਤ ਬਣਾ ਕੇ ਲਾਹੌਰ ਤੋਂ ਚੱਲ ਕੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਜੀ ਅਸੀਂ ਵੀ ਭਗਤ ਤਾਂ, ਸਾਡਾ ਵੀ ਸੰਸਾਰ ਦੇ ਅੰਦਰ ਬਹੁਤ ਸਤਿਕਾਰ ਆ, ਸਾਨੂੰ ਵੀ ਬਹੁਤ ਗਿਆਨ ਆ, ਸਾਨੂੰ ਪਤਾ ਲੱਗਾ ਕਿ ਤੁਸੀਂ ਇੱਕ ਗ੍ਰੰਥ ਤਿਆਰ ਕਰ ਰਹੇ ਹੋ, ਇਹ ਵੀ ਅਸੀਂ ਸੁਣਿਆ ਕਿ ਉਹਦੇ ਅੰਦਰ ਸ਼ੂਦਰਾਂ ਦੀ ਜਿਹੜੀ ਬਾਣੀ ਆ ਤੁਸੀਂ ਦਰਜ ਕੀਤੀ ਆ, ਲਿਖਤ ਉਹਨਾਂ ਦੀ ਰਚਨਾ,
ਸਾਡੀ ਵੀ ਬਾਣੀ ਇਹ 'ਚ ਦਰਜ ਹੋਣੀ ਚਾਹੀਦੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਬੜਾ ਸਤਿਕਾਰ ਕੀਤਾ। ਕਹਿੰਦੇ ਕੋਈ ਗੱਲ ਨਹੀਂ ਭਾਈ, ਤੁਸੀਂ ਆਪਣੀ ਬਾਣੀ ਸੁਣਾਓ, ਜੇ ਯੋਗ ਹੋਵੇਗੀ ਤੁਹਾਡੀ ਬਾਣੀ ਵੀ ਦਰਜ ਕਰ ਦਿੱਤੀ ਜਾਵੇਗੀ। ਹੁਣ ਅਹੰਕਾਰ ਦੇ ਅੰਦਰ ਭਰੇ ਹੋਏ ਉਹਨਾਂ ਭਗਤਾਂ ਨੇ ਵਾਰੀ-ਵਾਰੀ ਆਪਣੀ ਰਚਨਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਸੁਣਾਈ। ਸਾਰਿਆਂ ਤੋਂ ਪਹਿਲਾਂ ਵਾਰੀ ਆਈ ਕਾਨੇ ਭਗਤ ਦੀ। ਪਾਤਸ਼ਾਹ ਕਹਿੰਦੇ ਜੀ ਪਹਿਲਾਂ ਤੁਸੀਂ ਸੁਣਾਓ। ਉਹ ਕਾਨਾ ਭਗਤ ਕੀ ਬੋਲਿਆ? ਉਹਨੇ ਆਪਦੀ ਰਚਨਾ ਪਾਤਸ਼ਾਹ ਨੂੰ ਸੁਣਾਈ। ਕਹਿੰਦਾ ਉਹੀ ਰੇ ਮੈਂ ਉਹੀ ਰੇ, ਜਾ ਕੋ ਵੇਦ ਪ੍ਰਾਨ ਸਭ ਗਾਵੇ, ਖੋਜਤ ਖੋਜ ਨਾ ਹੋਈ ਰੇ। ਜਾ ਕੋ ਨਾਰਦ ਸਾਰਦ ਸੇਵੇ, ਸੇਵੇ ਦੇਵੀ ਦੇਵਾ ਰੇ। ਬ੍ਰਹਮਾ ਮਿਸ਼ਨ ਮਹੇਸ਼ ਅਰਾਧੇ, ਸਭ ਕਰਦੇ ਜਾ ਕੀ ਸੇਵਾ ਰੇ। ਕਹਿ ਕਾਨਾ ਅਸਮਮ ਸਰੂਪ ਹੈ, ਅਪਰੰਪਰ ਅਲਖ ਅਭੇਵਾਰੇ। ਕਾਨੇ ਭਗਤ ਨੇ ਆਪਦੀ ਰਚਨਾ ਸੁਣਾਈ ਕਿ ਮੈਂ ਉਹ ਭਗਤ ਹਾਂ ਜਾ ਕੋ ਵੇਦ ਪ੍ਰਾਨ ਸਭ ਗਾਵੇ, ਜਿਹਨੂੰ ਵੇਦ ਪ੍ਰਾਨ ਗਾ ਰਹੇ ਆ ਤੇ ਉਹਦੀ ਖੋਜ ਨਹੀਂ ਹੋ ਰਹੀ। ਜਾ ਕੋ ਨਾਰਦ ਸਾਰਦ ਸੇਵੇ, ਸੇਵੇ ਦੇਵੀ ਦੇਵਾ ਰੇ। ਬ੍ਰਹਮਾ ਵਿਸ਼ਨ ਮਹੇਸ਼ ਅਰਾਧੇ, ਸਭ ਕਰਦੇ ਜਾ ਕੀ ਸੇਵਾ ਰੇ। ਕਹਿ ਕਾਨਾ ਅਸਮਮ ਸਰੂਪ ਹੈ, ਅਪਰੰਪਰ ਅਲਖ ਅਭੇਵਾਰੇ। ਜਾਣੀ ਕਿ ਆਪਣੇ ਆਪ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਰਾਬਰ ਦਾ ਦਰਸਾਇਆ ਕਾਨੇ ਭਗਤ ਨੇ ਆਪਦੀ ਰਚਨਾ ਦੇ ਅੰਦਰ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਕਾਨਾ ਜੀ, ਤੁਹਾਡੀ ਜਿਹੜੀ ਰਚਨਾ ਹੈ ਇਹ ਇਸ ਗ੍ਰੰਥ ਦੇ ਯੋਗ ਨਹੀਂ ਹੈ। ਕਹਿੰਦਾ ਜੀ ਕੀ ਗੱਲ? ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਇੱਥੇ ਤਾਂ ਕਰਤੇ ਪੁਰਖ ਦੀ ਵਡਿਆਈ ਆ। ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਮੁੱਢ ਬੰਨਿਆ ਇਸ ਗੱਲ ਦਾ ਕਲਯੁਗ ਦੇ ਸਮੇਂ ਦੇ ਅੰਦਰ ਆ ਕੇ, ਉਹਨਾਂ ਨੇ ਤਾਂ ਇੱਕ ਅਕਾਲ ਪੁਰਖ ਨਿਰੰਕਾਰ ਪਰਮਾਤਮਾ ਦੀ ਵਡਿਆਈ ਕੀਤੀ ਹੈ ਗੁਰਬਾਣੀ ਦੇ ਅੰਦਰ, ਤੇ ਆਪਣੇ ਆਪ ਨੂੰ ਉਹਦਾ ਦਾਸ, ਉਹਦਾ ਚਾਕਰ ਦਰਸਾਇਆ। ਤੇ ਜੇ ਕਿਸੇ ਨੇ ਪੁੱਛਿਆ ਕਿ ਕਿਰਪਾ ਕਰਕੇ ਸਮਝਾਓ ਜੀ, ਆਹ ਸ੍ਰਿਸ਼ਟੀ ਦਾ ਆਰੰਭ ਕਿੱਥੋਂ ਹੋਇਆ, ਕਦੋਂ ਦੀ ਚੱਲ ਰਹੀ ਹੈ? ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਰਾ ਕੁਝ ਜਾਣਦੇ ਹੋਏ ਵੀ ਇਸ਼ਾਰਾ ਕਰਤੇ ਪੁਰਖ ਵੱਲ ਕੀਤਾ, ਜਿਸ ਨੂੰ ਆਪਾਂ ਜਪਜੀ ਸਾਹਿਬ ਦੀ ਬਾਣੀ, ਜਪਜੀ ਸਾਹਿਬ ਦੀ ਬਾਣੀ ਚ ਪੜ੍ਹਦੇ ਹਾਂ। ਤਿਤ ਬਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੈ ਸੋਈ। ਕਿ ਸਾਡਾ ਸਾਰਿਆਂ ਦਾ ਮੂਲ ਇੱਕ ਨਿਰੰਕਾਰ ਹੈ, ਪਰਮਾਤਮਾ ਹੈ, ਜਿਹਦੇ ਹੁਕਮ ਦੇ ਅੰਦਰ ਇਹ ਸਾਰੀ ਸ੍ਰਿਸ਼ਟੀ ਦਾ ਖੇਲ ਚੱਲ ਰਿਹਾ। ਉਹ ਸ਼ਕਤੀ ਦੇ ਨਾਲ ਉਹਨਾਂ ਨੇ ਸਾਨੂੰ ਜੋੜਿਆ। ਸੋ ਉਸ ਬ੍ਰਹਮ ਦੀ ਸਾਨੂੰ ਦੱਸ ਪਾਈ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਤੇ ਸ਼ੁਰੂਆਤ ਵੀ ਇੱਕ ਤੋਂ ਕੀਤੀ ਕਿ ਇੱਕ ਹੀ ਹੈ ਜਿਹਦੇ ਚੋਂ ਇਹ ਸਾਰਾ ਖੇਲ ਚੱਲਿਆ, ਉਹਦੇ ਵਰਗਾ ਕੋਈ ਦੂਸਰਾ ਨਹੀਂ। ਗੁਰੂ ਨਾਨਕ ਦੇ ਘਰ ਦਾ ਸਿਧਾਂਤ ਤਾਂ ਕਾਨਾ ਜੀ ਫਿਰ ਇਹ ਕਹਿੰਦਾ, ਤੁਸੀਂ ਆਪਣੇ ਆਪ ਨੂੰ ਉਹਦੇ ਬਰਾਬਰ ਦੇ ਦੱਸਦੇ ਹੋ, ਇਸ ਕਰਕੇ ਤੁਹਾਡੀ ਜਿਹੜੀ ਬਾਣੀ ਹੈ ਇਸ ਗ੍ਰੰਥ ਦੇ ਯੋਗ ਨਹੀਂ। ਕਾਨਾ ਕ੍ਰੋਧ ਦੇ ਅੰਦਰ ਆਇਆ, ਕਿਉਂਕਿ ਹੰਕਾਰੀ ਪੁਰਸ਼ ਨੂੰ, ਜਿਹਨੂੰ ਬਹੁਤ ਅਹੰਕਾਰ ਹੋਵੇ, ਜਦੋਂ ਕੋਈ ਅੱਗੋਂ ਦਾ ਹੰਕਾਰ ਤੋੜਨ ਵਾਲਾ ਮਿਲਦਾ ਤੇ ਫਿਰ ਉਹਦੇ ਦਿਲ ਤੇ ਜੋ ਬੀਤਦੀ ਆ ਉਹ ਜਾਣੇ। ਹੁਣ ਚਾਰੇ ਭਗਤ ਆਏ ਨੇ, ਚਾਰਾਂ ਦੇ ਮਨ ਦੇ ਅੰਦਰ ਅਹੰਕਾਰ ਆ ਬਹੁਤ। ਜਦੋਂ ਕਾਨੇ ਨੂੰ ਜਵਾਬ ਮਿਲਿਆ ਤੇ ਦੂਸਰੀ ਵਾਰੀ ਆਈ ਪੀਲੋ ਭਗਤ ਦੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਕਹਿੰਦੇ ਜੀ, ਜੇ ਇਹਦੀ ਜੋਗ ਨਹੀਂ ਫਿਰ ਸਾਡੀ ਸੁਣੋ, ਸਾਡੀ ਇਹਦੇ ਅੰਦਰ ਰਚ ਦਿਓ। ਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਭਾਈ ਕੋਈ ਗੱਲ ਨਹੀਂ, ਤੁਸੀਂ ਸੁਣਾਓ, ਜੇ ਯੋਗ ਹੋਈ ਤੁਹਾਨੂੰ ਵੀ ਜਗ੍ਹਾ ਦਿੱਤੀ ਜਾਵੇਗੀ।
ਤਾਂ ਫਿਰ ਉਹ ਕੀ ਬੋਲੇ? ਉਹ ਕਹਿੰਦਾ ਜੀ, ਪੀਲੋ ਅਸਾਂ ਨਾਲੋਂ ਸੇ ਭਲੇ, ਜੰਮਦਿਆਂ ਜੋ ਮੋਏ, ਉਹਨਾਂ ਚਿੱਕੜ ਪੈਰ ਨਾ ਬੋੜਿਆ, ਨਾ ਆਲੂਦ ਭਏ। ਪੀਲੋ ਕਹਿੰਦਾ ਜੀ, ਮੇਰੀ ਰਚਨਾ ਤਾਂ ਇਹ ਕਹਿੰਦੀ ਹੈ ਵੀ ਸਾਡੇ ਨਾਲੋਂ ਉਹ ਲੋਕ ਚੰਗੇ ਨੇ ਜਿਹੜੇ ਸੰਸਾਰ 'ਚ ਪੈਦਾ ਹੋਣ ਸਾਰ ਮਰ ਜਾਣ, ਨਾ ਉਹ ਸੰਸਾਰ ਰੂਪੀ ਦੁੱਖਾਂ ਦੇ ਸਮੁੰਦਰ ਦੇ ਚਿੱਕੜ ਅੰਦਰ ਡਿੱਗਣ ਤੇ ਨਾ ਦੁਖੀ ਹੋਣ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਪੀਲੋ ਜੀ ਤੁਸੀਂ ਤਾਂ ਬਹੁਤ ਵੱਡੇ ਭਰਮ ਦੇ ਅੰਦਰ ਚੱਲ ਰਹੇ ਹੋ, ਤੁਹਾਡੀ ਬਾਣੀ ਵੀ ਯੋਗ ਨਹੀਂ ਹੈ, ਕਿਉਂਕਿ ਇਸ ਗ੍ਰੰਥ ਦੇ ਅੰਦਰ ਜੋ ਸਿਧਾਂਤ ਗੁਰੂ ਨਾਨਕ ਦੇ ਘਰ ਦਾ ਚੱਲ ਰਿਹਾ, ਉਹ ਤਾਂ ਇਹ ਸਾਨੂੰ ਸਿੱਖਿਆ ਦਿੰਦਾ ਕਿ ਸਾਨੂੰ ਬੜੇ ਵੱਡੇ ਮਹਾਨ ਕਰਮਾਂ ਦੇ ਨਾਲ 84 ਲੱਖ ਜੂਨ ਦੀ ਸਰਦਾਰੀ ਮਾਨਸ ਦਾ ਜਾਮਾ ਮਿਲਿਆ, ਬੜੇ ਲੰਬੇ ਸਮੇਂ ਤੋਂ ਬਾਅਦ ਮਿਲਿਆ, ਬਹੁਤ ਮਿਹਨਤ ਕਰਨ ਤੋਂ ਬਾਅਦ ਮਿਲਿਆ। ਜਿਸ ਤਰ੍ਹਾਂ ਆਪਾਂ ਨੂੰ ਹੁਣ ਸਾਰਿਆਂ ਨੂੰ ਇੰਨਾ ਕੁ ਗਿਆਨ ਹੈ ਕਿ ਸਾਨੂੰ ਇਹ ਜਿਹੜਾ ਜੀਵਨ ਇਹ ਕਿਸ ਤਰ੍ਹਾਂ ਮਿਲਿਆ। ਪੂਰਬ ਜਨਮ ਪ੍ਰਚੂਨ ਕਮਾਏ, ਹਰ ਹਰ ਨਾਮ ਪਿਆਰੇ, ਕਿ ਅਸੀਂ ਪੂਰਬਲੇ ਜਨਮਾਂ ਦੇ ਅੰਦਰ ਥੋੜੇ ਥੋੜੇ ਸਵਾਸ ਮਾਲਕ ਦੇ ਖਜ਼ਾਨੇ ਦੇ ਅੰਦਰ ਜਮਾ ਕਰਾਏ, ਜਿਹਦੀ ਬਦੌਲਤ ਸਤਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਇਹ ਮਾਨਸ ਦਾ ਜਾਮਾ ਮਿਲਿਆ। ਤੇ ਇੱਕੋ ਇੱਕ 84 ਲੱਖ ਜੂਨ ਦੇ ਵਿੱਚੋਂ ਇਹ ਸਮਾਂ ਜਿਹਦੇ ਅੰਦਰ ਆ ਕੇ ਅਸੀਂ ਆਪਣੇ ਮਾਲਕ ਪ੍ਰਭੂ ਦੇ ਨਾਲ ਅਭੇਦ ਹੋ ਕੇ ਉਸ ਪਰਿਪੂਰਨ ਪਰਮਾਤਮਾ ਦੇ ਵਿੱਚ ਸਮਾ ਕੇ ਆਪਣਾ ਜੰਮਣ ਔਰ ਮਰਨ ਦਾ ਚੱਕਰ ਸਮਾਪਤ ਕਰ ਸਕਦੇ ਹਾਂ। ਜਿਹੜੇ ਜਨਮ ਨੂੰ ਦੇਵਤੇ ਵੀ ਲੋਚਦੇ ਆ, ਤੁਸੀਂ ਇਹ ਕਹਿੰਦੇ ਹੋ ਕਿ ਸਾਡੇ ਨਾਲੋਂ ਉਹ ਚੰਗੇ ਨੇ ਜਿਹੜੇ ਜੰਮਦੇ ਮਰ ਜਾਂਦੇ ਆ, ਤੁਹਾਡੀ ਬਾਣੀ ਵੀ ਯੋਗ ਨਹੀਂ। ਪੀਲੋ ਕਿਤੇ ਉਹਨਾਂ ਨੂੰ ਪੁੱਛ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਮਾਨਸ ਦਾ ਜਾਮਾ ਵੀ ਮਿਲਿਆ, ਪਰ ਸੰਸਾਰ 'ਚ ਪੈਦਾ ਹੋਣ ਸਾਰ ਉਹਨਾਂ ਦਾ ਅੰਤ ਹੋ ਜਾਂਦਾ, ਖੇਡਣ ਲਈ ਸਮਾਂ ਨਹੀਂ ਮਿਲਿਆ, ਸਿਮਰਨ ਬੰਦਗੀ ਸੇਵਾ ਲਈ ਸਮਾਂ ਨਹੀਂ ਮਿਲਿਆ। ਜਾਂ ਉਹਨਾਂ ਦੇ ਮਾਂ-ਬਾਪ ਨੂੰ ਪੁੱਛੋ ਜਿਨ੍ਹਾਂ ਨੂੰ ਮਸਾਂ ਔਲਾਦ ਮਿਲੀ ਤੇ ਉਹਨਾਂ ਦੇ ਅੱਖਾਂ ਦੇ ਮੂਹਰੇ ਨਹੀਂ ਰਹੀ, ਤੇ ਉਹਨਾਂ ਨੂੰ ਕਿੱਡਾ ਇਹ ਦੁੱਖ ਦਾ ਕਾਰਨ ਬਣਿਆ। ਤੁਸੀਂ ਕਹਿੰਦੇ ਹੋ ਸਾਡੇ ਨਾਲੋਂ ਸੇ ਭਲੇ, ਜੰਮਦਿਆਂ ਜੋ ਮੂਏ, ਤੁਹਾਡੀ ਰਚਨਾ ਵੀ ਯੋਗ ਨਹੀਂ ਹੈ। ਪੀਲੋਂ ਵੀ ਤੜਫਿਆ, ਕਾਫੀ ਤੜਫਿਆ, ਤੇ ਫਿਰ ਤੀਸਰੀ ਜਗ੍ਹਾ ਤੇ ਆਇਆ ਛੱਜੂ ਭਗਤ। ਮਹਾਰਾਜ ਨੂੰ ਕਹਿੰਦਾ ਜੀ, ਫਿਰ ਜੇ ਇਹਨਾਂ ਦੀ ਦੋਨਾਂ ਦੀ ਠੀਕ ਨਹੀਂ ਤਾਂ ਮੇਰੀ ਬਾਣੀ ਰਚ ਦੋ। ਮਹਾਰਾਜ ਕਹਿੰਦੇ ਤੁਸੀਂ ਵੀ ਸੁਣਾਓ। ਉਹਨੇ ਫਿਰ ਔਰਤ ਜਾਤੀ ਦਾ, ਇਸਤਰੀ ਜਾਤੀ ਦਾ, ਨਾਰੀ ਦਾ ਅਪਮਾਨ ਕੀਤਾ। ਕੀ ਬੋਲਿਆ? ਕਹਿੰਦਾ ਜੀ, ਕਾਗਜ਼ ਸੰਧੀ ਪੂਤਰੀ ਤਉ ਨਾ ਤ੍ਰਿਆ ਨਿਹਾਰ, ਜਉ ਹੀ ਮਾਰ ਲਜਾਵਹੀ ਜੱਥਾ ਬਲੋਚਨ ਧਾਰ। ਕਹਿੰਦਾ ਜੀ, ਇਸਤਰੀ ਆ ਜਿਹੜੀ, ਨਾਰੀ ਆ, ਇਹ ਤਾਂ ਕਾਗਜ਼ ਦੀ ਬਣਾਈ ਹੋਵੇ ਉਹ ਵੀ ਚੰਗੀ ਨਹੀਂ। ਕਾਗਜ਼ ਦੀ ਬਣੀ ਹੋਈ ਜਾਤੀ ਨਾਰੀ ਉਹ ਵੀ ਮਨ ਦੇ ਅੰਦਰ ਇਨਸਾਨ ਦੇ ਵਿਕਾਰ ਪੈਦਾ ਕਰਦੀ ਹੈ, ਤੇ ਜਿਹੜੀ ਸੱਚੀ ਮੁੱਚੀ ਦੀ ਆ ਇਹਨੂੰ ਤਾਂ ਮਾਰ ਹੀ ਦੇਣਾ ਚਾਹੀਦਾ, ਖਤਮ ਹੀ ਕਰ ਦੇਣਾ ਚਾਹੀਦਾ। ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਬਹੁਤ ਸਾਰੀਆਂ ਬੀਬੀਆਂ ਜੁੜੀਆਂ ਹੋਈਆਂ ਨੇ। ਆਪਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦਾ ਬਹੁਤ ਧੰਨਵਾਦ ਕਰਨਾ ਚਾਹੀਦਾ, ਕਿਉਂਕਿ ਬਹੁਤ ਸਾਰੇ ਧਰਮ ਭਾਰਤ ਦੀ ਧਰਤੀ ਤੇ ਆਏ ਜਿਨ੍ਹਾਂ ਨੇ ਆਪੋ ਆਪਣੇ ਗਿਆਨ ਦੇ ਹਿਸਾਬ ਦੇ ਨਾਲ ਇਹ ਇਸਤਰੀ ਜਾਤੀ ਦਾ ਬੜਾ ਅਪਮਾਨ ਕੀਤਾ। ਕਿਸੇ ਨੇ ਇਹਨੂੰ ਪੈਰ ਦੀ ਜੁੱਤੀ ਕਿਹਾ, ਕਿਸੇ ਨੇ ਇਸ ਨੂੰ ਵਿਕਾਰਾਂ ਦੀ ਜੜ ਕਿਹਾ, ਕਿਸੇ ਨੇ ਇਹਨੂੰ ਸਾਰੇ ਕਲੇਸ਼ਾਂ ਦੀ ਜੜ ਕਹਿਤਾ। ਤੇ ਇੱਥੋਂ ਤੱਕ ਵੀ ਆਪਾਂ ਗਿਆਨ ਰੱਖਦੇ ਹਾਂ ਸਾਰੇ ਕਿ ਸਮਾਂ ਐਸਾ ਵੀ ਇੱਥੇ ਪੈਦਾ ਕੀਤਾ ਗਿਆ ਧਰਮ ਦਾ ਸਹਾਰਾ ਲੈ ਕੇ, ਕਿ ਜੇ ਕਿਸੇ ਲੜਕੀ ਦਾ ਨੌਜਵਾਨ ਉਮਰ ਦੇ ਅੰਦਰ ਪਤੀ ਸੰਸਾਰ ਤੋਂ ਵਿਛੋੜਾ ਦੇ ਜਾਂਦਾ,
ਉਹਨੂੰ ਵਿਚਾਰੀ ਨੂੰ ਜਿਉਂਦੀ ਨੂੰ ਅੱਗ ਦੇ ਅੰਦਰ ਸਾੜ ਦਿੱਤਾ ਜਾਂਦਾ। ਧਰਮ ਦੀ ਐਸੀ ਅਗਿਆਨਤਾ ਪੈਦਾ ਕੀਤੀ ਗਈ ਜਿਹਨੂੰ ਸਤੀ ਪ੍ਰਥਾ ਦਾ ਨਾਮ ਦਿੱਤਾ ਗਿਆ। ਬਹੁਤ ਅਪਮਾਨ ਕੀਤਾ ਜਾਂਦਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ ਸਾਡੇ ਤੇ ਕਿਰਪਾ ਕੀਤੀ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਛੱਜੂ ਜੀ ਤੁਹਾਡੀ ਸੋਚ ਤਾਂ ਬਹੁਤ ਨੀਵੀਂ ਆ, ਤੁਸੀਂ ਇਸਤਰੀ ਜਾਤੀ ਦਾ ਅਪਮਾਨ ਕਰਦੇ ਹੋ। ਇਹ ਤਾਂ ਉਸ ਮਾਲਕ ਨਿਰੰਕਾਰ ਦਾ ਇੱਕ ਖੇਲ ਚੱਲ ਰਿਹਾ। ਉਹਨੇ ਦੋ ਸਰੀਰ ਤਿਆਰ ਕੀਤੇ, ਇੱਕ ਨਾਰੀ ਦਾ ਇੱਕ ਪੁਰਖ ਦਾ। ਨਾਰੀ ਪੁਰਖ ਸਿਰਜੀਨ ਵਿਖਮਾਇਆ ਮੋਹ ਪਿਆਰੋ, ਖਾਣੀ ਬਾਣੀ ਤੇਰੀਆਂ ਦੇਹ ਜੀਆਂ ਆਧਾਰੋ, ਕੁਦਰਤ ਤਖਤ ਰਚਾਇਆ ਸੱਚ ਨਵੇੜਨ ਹਾਰੋ। ਕਿ ਉਹਨੇ ਇਹ ਦੋ ਸਰੀਰ ਤਿਆਰ ਕੀਤੇ। ਜੋਤ ਸਾਰਿਆਂ ਦੇ ਅੰਦਰ ਇੱਕੋ ਹੀ ਆ, ਸਿਰਫ ਕਾਇਆ ਦੇ ਆਕਾਰ ਦਾ ਫਰਕ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਕੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਤੁਸੀਂ ਅਪਮਾਨ ਕਰ ਰਹੇ ਹੋ। ਤੇ ਗੁਰੂ ਨਾਨਕ ਦੇ ਘਰ ਨੇ ਤਾਂ ਇਹ ਗਿਆਨ ਦਿੱਤਾ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਜਾਨ। ਇਹ ਛੱਜੂ ਕਿਤੇ ਵਿਚਾਰ ਕਰ ਮਨ ਦੇ ਅੰਦਰ ਗਹਿਰਾਈ ਦੇ ਨਾਲ। ਜੇ ਤੁਸੀਂ ਅਪਮਾਨ ਕਰਦੇ ਹੋ, ਜੇ ਨਾਰੀ ਦਾ ਸਰੀਰ ਨਾ ਹੋਵੇ ਤਾਂ ਤੁਸੀਂ ਜਨਮ ਕਿਵੇਂ ਲੈਂਦੇ? ਜਦੋਂ ਇਹ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਸਮਝਾਇਆ ਤਾਂ ਉਹਦੇ ਕੋਲੇ ਫਿਰ ਕੋਈ ਬਿਨਾਂ ਸ਼ਰਮਿੰਦਗੀ ਤੋਂ ਛੱਜੂ ਭਗਤ ਕੋਲੇ ਕੋਈ ਰਸਤਾ ਨਹੀਂ ਸੀ। ਹੱਥ ਬੰਨ ਕੇ ਸਤਿਗੁਰਾਂ ਦੇ ਅੱਗੇ ਖੜ ਗਿਆ। ਚੌਥਾ ਭਗਤ ਹੈ ਸਾਹ ਸੈਨ। ਉਹਨੇ ਥੋੜੀ ਜੀ ਵਧੀਆ ਗੱਲ ਕੀਤੀ ਇਹਨਾਂ ਤਿੰਨਾਂ ਨਾਲੋਂ, ਪਰ ਇੱਕ ਜਗ੍ਹਾ ਤੇ ਆ ਕੇ ਉਹ ਵੀ ਮਾਰ ਖਾ ਗਿਆ। ਉਹਨੇ ਆਪਦੀ ਰਚਨਾ ਸੁਣਾਈ। ਕੀ ਬੋਲਿਆ? ਕਹਿੰਦਾ ਚੁੱਪ ਬੇ ਅੜਿਆ, ਚੁੱਪ ਬੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ, ਸੱਜਣਾ ਬੋਲਣ ਦੀ ਜਾਏ ਨਾਹੀ, ਅੰਦਰ ਬਾਹਰ ਹਿੱਕਾ ਸਾਈ, ਕਿਸਨੋਂ ਆਖ ਸੁਣਾਈ, ਇੱਕੋ ਦਿਲਵਰ ਸਭ ਘਟ ਵਸਿਆ, ਦੂਜਾ ਨਾਹੀਂ ਕਦਾਈ, ਕਹੇ ਫਕੀਰ ਸੈਨ ਨਵਾਣਾ ਸਤਿਗੁਰ ਕੇ ਬਲ ਜਾਈ। ਉਹਨੇ ਚਲੋ ਥੋੜੀ ਜੀ ਵਧੀਆ ਗੱਲ ਕੀਤੀ ਕਿ ਸਾਰੀਆਂ ਘਟਾਂ ਦੇ ਅੰਦਰ ਉਹ ਮਾਲਕ ਇੱਕੋ ਹੀ ਆ, ਇੱਕੋ ਦਿਲਬਰ ਸਭ ਘਟ ਵਸਿਆ, ਕਿਸ ਨੂੰ ਆਖ ਸੁਣਾਈ। ਕਿ ਸਾਰਿਆਂ ਘਟਾਂ ਦੇ ਅੰਦਰ ਇੱਕੋ ਹੀ ਮਾਲਕ ਬੈਠਾ। ਮੈਂ ਸਤਿਗੁਰ ਤੋਂ ਬਲਿਹਾਰ ਜਾਨਾ, ਪਰ ਉਹ ਕਿੱਥੇ ਜਾ ਕੇ ਗਲਤੀ ਕਰ ਗਿਆ? ਸ਼ੁਰੂਆਤ ਦੇ ਅੰਦਰ ਬਈ ਚੁੱਪ ਬੇ ਅੜਿਆ, ਚੁੱਪ ਬੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ। ਕਿ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਸਾਨੂੰ ਬੋਲਣ ਦੀ ਲੋੜ ਨਹੀਂ। ਤੇ ਗੁਰੂ ਨਾਨਕ ਦੇ ਘਰ ਦਾ ਸ਼ੁਰੂਆਤ ਇੱਥੋਂ ਹੁੰਦੀ ਹੈ ਕਿ ਭਾਈ ਜੋ ਪ੍ਰਭੂ ਨੇ ਤੁਹਾਨੂੰ ਇਹ ਰਸਨਾ ਦਿੱਤੀ ਆ ਬੋਲਣ ਵਾਸਤੇ, ਇੱਧਰ ਤਾਂ ਪਾਤਸ਼ਾਹ ਇਹ ਕਹਿੰਦੇ ਆ, ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟੀਐ, ਅਰਹਾਂ ਜਬ ਬਿਸਰੇ ਗੋਬਿੰਦ ਰਾਏ, ਦਿਨੋਂ ਦਿਨ ਘਟੀਐ। ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਸਾਹ ਸੈਨ ਜੀ ਚੁੱਪ ਚੁੱਪ ਤੁਸੀਂ ਮੁਖ ਤੋਂ ਕਰ ਸਕਦੇ ਹੋ, ਬਿਨਾਂ ਬੋਲੇ ਤੋਂ ਪ੍ਰਭੂ ਦੀ ਉਸਤਤ ਨਹੀਂ ਹੁੰਦੀ। ਉਸਤਤ ਕੀਤੇ ਬਿਨਾ ਉਸ ਪਰਮਾਤਮਾ ਦੀ ਖੁਸ਼ੀ ਨਹੀਂ ਪਾਈ ਜਾ ਸਕਦੀ। ਬਿਨਾਂ ਮੁਖ ਤੋਂ ਨਾਮ ਜਪੇ ਤੋਂ ਸਾਡੇ ਮਨ ਦੀ ਮੈਲ ਨਹੀਂ ਉਤਰ ਸਕਦੀ। ਬਿਨਾਂ ਪਰਮਾਤਮਾ ਦੇ ਨਾਮ ਉਚਾਰਨ ਤੋਂ ਸਾਡਾ ਇਹ ਸੁੱਤਾ ਹੋਇਆ ਮਨ ਜਾਗੇਗਾ ਨਹੀਂ। ਜੋ ਆਪਾਂ ਬਾਣੀ ਦੇ ਅੰਦਰ ਪੜ੍ਹਦੇ ਹਾਂ, ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇਜਾ ਗਨ ਜੇ ਰਸਨਾ ਨਾਮ ਉਚਾਰਨੇ। ਤੇ ਆਪਾਂ ਨੂੰ ਪਾਤਸ਼ਾਹ ਗੁਰਬਾਣੀ ਅੰਦਰ ਇਹ ਸਮਝਾਉਂਦੇ ਕਿ ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਤੁਸੀਂ ਕਹਿੰਦੇ ਹੋ ਚੁੱਪ ਰਹਿਣਾ ਚੰਗਾ, ਹਾਂ ਇੱਕ ਸਮਾਂ ਬਣ ਜਾਏਗਾ ਜਦੋਂ ਸਾਡਾ ਮਨ ਚੁੱਪ ਕਰ ਜਾਊਗਾ। ਤਨ ਨੂੰ ਚੁੱਪ ਕਰਾਉਣਾ ਤਾਂ ਸੌਖਾ, ਸਾਹ ਸੈਨ ਜੀ ਮਨ ਨੂੰ ਚੁੱਪ ਕਰਾਉਣ ਵਾਸਤੇ ਤਨ ਦੀ ਜਿਹੜੀ ਦਿੱਤੀ ਹੋਈ ਰਸਨਾ ਹੈ, ਇਹਦੇ ਨਾਲ ਚੁੱਪ ਕਰਕੇ ਨਹੀਂ ਬੈਠਿਆ ਜਾਣਾ। ਪਹਿਲਾਂ ਉਸ ਪ੍ਰਭੂ ਦੀ ਉਸਤਤ ਕਰਨੀ ਪਊ।
ਉਸ ਮਾਲਕ ਦੀ ਵਡਿਆਈ ਕਰਨੀ ਪਊ, ਉਹਦਾ ਨਾਮ ਜਪਣਾ ਪਊਗਾ, ਤੇ ਫੇਰ ਕਿਤੇ ਜਾ ਕੇ ਸਾਡੇ ਮਨ ਦੇ ਮੁਖ ਨੇ ਚੁੱਪ ਕਰਨਾ। ਇਹ ਤਾਂ ਹੋ ਸਕਦਾ ਕਿ ਦੁਨੀਆ ਨੂੰ ਭੁਲੇਖਾ ਦੇ ਸਕਦੇ ਆ, ਚੁੱਪ ਕਰਕੇ ਬੈਠ ਜਾਈਏ। ਜਿਵੇਂ ਆਮ ਜੀਵਾਂ ਦੀ ਅੱਜ ਹਾਲਤ ਆ ਸੰਸਾਰ ਦੇ ਅੰਦਰ, ਆਪਾਂ ਵੇਖਦੇ ਆ ਮੁਖ ਤੋਂ ਜੀਵ ਚੁੱਪ ਕਰਕੇ ਬੈਠ ਜਾਂਦੇ ਆ, ਤੇ ਅੰਦਰੋਂ ਜਿਹੜਾ ਮਨ ਆ ਉਹ ਬੋਲੀ ਜਾਂਦਾ। ਆਪਾਂ ਨੂੰ ਗੁਰਮੁਖ ਪਿਆਰਿਓ ਭਾਈ ਸਾਹਿਬ ਦੀ ਸੰਗਤ ਕਰਨ ਦੇ ਨਾਲ ਸੋਝੀ ਆ ਗਈ ਕਿ ਜਿੰਨਾ ਚਿਰ ਸਾਡਾ ਮਨ ਵਿਚਾਰਾਂ ਦੇ ਅੰਦਰ ਦੌੜਦਾ ਫਿਰਦਾ, ਟਿਕਾਊ ਦੇ ਅੰਦਰ ਨਹੀਂ ਆਉਂਦਾ, ਸੁੰਨ ਦੇ ਅੰਦਰ ਨਹੀਂ ਜਾਂਦਾ, ਸਾਡੀ ਜਿਹੜੀ ਸਮਾਧੀ ਲੱਗਦੀ ਆ ਉਹ ਕਾਮਯਾਬ ਨਹੀਂ, ਸੰਪੂਰਨ ਨਹੀਂ। ਤੇ ਜਿਹੜੇ ਲੋਕ ਫਿਰ ਇਕੱਲੇ ਮੁਖ ਤੋਂ ਚੁੱਪ ਕਰਕੇ ਬੈਠਦੇ ਆ, ਉਸ ਨੂੰ ਤਾਂ ਗੁਰਬਾਣੀ ਦੇ ਅੰਦਰ ਠੱਗ ਦਿਸ਼ਟ ਬਗਾ ਲਿਵ ਲਾਗਾ, ਬਗਲੇ ਦੀ ਸਮਾਧੀ ਦੱਸਿਆ ਗਿਆ। ਤੇ ਜਿਹਨੂੰ ਕਲਗੀਧਰ ਪਾਤਸ਼ਾਹ ਹਰ ਰੋਜ਼ ਆਪਾਂ ਨੂੰ ਸਮਝਾ ਰਹੇ ਹਨ, ਕਹਾਂ ਪਇਓ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ऐसे ही ऐसे सो बैस बतायो, साच कहूं सुन लिहो सबे जन प्रेम कियो, ਤਿਨ ਹੀ ਪ੍ਰਭ ਆਇਓ। ਹੁਣ ਮਾਲਕ ਪ੍ਰਭੂ ਦੇ ਨਾਲ ਜਿਹੜਾ ਅਦ੍ਰਿਸ਼ਟ ਹੈ, ਜਿਹਨੂੰ ਵੇਖਣ ਵਾਸਤੇ ਸ਼ਬਦ ਦੀ ਕਮਾਈ ਕਰਨੀ ਪੈਂਦੀ ਹੈ, ਜਿੰਨਾ ਚਿਰ ਅਸੀਂ ਰਸਨਾ ਦੇ ਨਾਲ ਉਹਦੇ ਕਿਰਤਮ ਨਾਮ ਬੋਲ ਬੋਲ ਕੇ ਉਹਨੂੰ ਖੁਸ਼ ਨਹੀਂ ਕਰ ਲੈਂਦੇ, ਉਨਾ ਚਿਰ ਸਾਡਾ ਮਨ ਚੁੱਪ ਕਿਵੇਂ ਕਰੂਗਾ। ਸੈਨ ਨੂੰ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਮਝਾ ਕੇ ਜਵਾਬ ਦਿੱਤਾ। ਬਹੁਤ ਬੋਲੇ ਭਗਤ, ਅਹੰਕਾਰ ਸੀ ਕਾਨੇ ਹੁਣਾਂ ਦੇ ਮਨ ਦੇ ਅੰਦਰ। ਉਹ ਕਹਿੰਦੇ ਜੀ ਵੀ ਅਸੀਂ ਤਾਂ ਉੱਚੀ ਜਾਤੀ ਚੋਂ ਆਏ ਆ, ਤੁਸੀਂ ਆ ਗਰੀਬਾਂ ਦੀ ਸ਼ੂਦਰਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕਰੀ ਜਾਂਦੇ ਹੋ ਆਪਦੇ ਗ੍ਰੰਥ ਦੇ ਅੰਦਰ। ਪਾਤਸ਼ਾਹ ਨੇ ਫਿਰ ਸਮਝਾਏ ਥੋੜਾ ਜਿਹਾ, ਕਹਿੰਦੇ ਜੀ ਹੁਣ ਧਿਆਨ ਦਿਓ, ਜਿਨ੍ਹਾਂ ਨੂੰ ਤੁਸੀਂ ਸ਼ੂਦਰ ਕਹਿੰਦੇ ਹੋ, ਉਹਨਾਂ ਨੇ ਤਾਂ ਮਾਲਕ ਨੂੰ ਇੰਨਾ ਖੁਸ਼ ਕਰ ਲਿਆ, ਇੰਨਾ ਖੁਸ਼ ਕਰ ਲਿਆ, ਉਹ ਨਿਰੰਕਾਰ ਹੈ ਪ੍ਰਮਾਤਮਾ, ਜਿਹਦਾ ਇੱਕ ਸੰਵਿਧਾਨ ਚੱਲ ਰਿਹਾ। ਸੰਵਿਧਾਨ ਵੀ ਏਡਾ ਵੱਡਾ ਜਿਹਨੂੰ ਇੱਧਰ ਉੱਧਰ ਕਰਨ ਦੀ ਕਿਸੇ 'ਚ ਸ਼ਕਤੀ ਨਹੀਂ, ਤੇ ਨਾ ਪ੍ਰਮਾਤਮਾ ਹੀ ਕਰਦਾ। ਉਹਦਾ ਇੱਕ ਸੰਵਿਧਾਨ ਚੱਲ ਰਿਹਾ, ਪਰ ਉਹ ਭਗਤਾਂ ਦੇ ਪਿਆਰ ਦੇ ਅੰਦਰ ਆ ਕੇ ਕਈ ਵਾਰ ਉਹਨੂੰ ਆਪਣੇ ਸੰਵਿਧਾਨ ਦੇ ਅੰਦਰ ਵੀ ਤਬਦੀਲੀ ਕਰਨੀ ਪੈਂਦੀ ਹੈ, ਜਦੋਂ ਬਹੁਤ ਸਾਰੇ ਭਗਤ ਉਹਨੂੰ ਭਾ ਜਾਂਦੇ ਆ। ਉਹ ਕਹਿੰਦੇ ਜੀ ਸਾਨੂੰ ਕੀ ਪਤਾ, ਸਾਨੂੰ ਸਮਝਾਓ ਕਿਵੇਂ ਕਰਨੀ ਪੈਂਦੀ ਤਬਦੀਲੀ। ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਸਿੱਖੋ ਭਗਤੋ, ਤੁਸੀਂ ਭਗਤ ਨਾਮਦੇਵ ਦੀ ਗੱਲ ਕਰਦੇ ਹੋ ਨਾ, ਵੀ ਸ਼ਿੰਬਾ ਜਾਤੀ ਚ ਆਇਆ ਹੋ, ਨੀਵੀਂ ਜਾਤ ਸਮਝਦੇ ਹੋ, ਪਰ ਨਾਮਦੇਵ ਨੇ ਇੰਨੀ ਭਗਤੀ ਪ੍ਰਮਾਤਮਾ ਦੀ ਨਾਮ ਜਪਿਆ, ਉੱਤਮ ਪਦਵੀ ਦੀ ਪ੍ਰਾਪਤੀ ਕਰ ਗਿਆ। ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ। ਤੇ ਜਿਹੜੇ ਭਗਤ ਨਾਮਦੇਵ ਦੀ ਖਾਤਰ, ਜਿਹਨੂੰ ਤੁਸੀਂ ਨੀਵੀਂ ਜਾਤ ਦਾ ਕਹਿੰਦੇ ਹੋ, ਉਹਦੀ ਖਾਤਰ ਤਾਂ ਪ੍ਰਭੂ ਨੂੰ ਆਪਣੇ ਸੰਵਿਧਾਨ ਦੇ ਅੰਦਰ ਵੀ ਤਬਦੀਲੀ ਕਰਨੀ ਪਈ। ਉਹ ਕਹਿੰਦੇ ਜੀ ਕਿਵੇਂ? ਕਹਿੰਦੇ ਇੰਨਾ ਕੁ ਤਾਂ ਗਿਆਨ ਤੁਸੀਂ ਰੱਖਦੇ ਹੋ ਨਾ, ਕਿ ਜੋ ਵੀ ਜੀਵ ਸੰਸਾਰ ਦੇ ਅੰਦਰ ਪੈਦਾ ਹੁੰਦਾ, ਉਹਦਾ ਮਰਨਾ ਪਹਿਲਾਂ ਲਿਖਿਆ ਜਾਂਦਾ, ਸਵਾਸਾਂ ਦੀ ਪੂੰਜੀ ਲਿਖੀ ਜਾਂਦੀ। ਉਹ ਕਹਿੰਦੇ ਜੀ ਪਤਾ। ਕਹਿੰਦੇ ਫੇਰ ਜਦੋਂ ਇੱਕ ਵੇਰੀ ਸਵਾਸਾਂ ਦੀ ਪੂੰਜੀ ਸਮਾਪਤ ਹੋਣ ਤੋਂ ਬਾਅਦ ਉਹ ਜੀਵ ਸਰੀਰ ਛੱਡ ਜਾਂਦਾ, ਦੁਬਾਰੇ ਉਹਨੂੰ ਜਿੰਦਾ ਕੋਈ ਕਰ ਸਕਦਾ? ਉਹ ਕਹਿੰਦੇ ਜੀ ਤਾਂ ਹੋ ਹੀ ਨਹੀਂ ਸਕਦਾ। ਫਿਰ ਪਾਤਸ਼ਾਹ ਕਹਿੰਦੇ ਜਿਹੜੇ ਭਗਤ ਨਾਮਦੇਵ ਦੀ ਨਿੰਦਿਆ ਕਰਦੇ ਹੋ ਨਾ, ਉਹਦੀ ਖਾਤਰ ਤਾਂ ਨਿਰੰਕਾਰ ਨੂੰ ਆਪਦੇ ਸੰਵਿਧਾਨ ਦੇ ਅੰਦਰ ਵੀ ਤਬਦੀਲੀ ਕਰਨੀ ਪੈਗੀ। ਜਦੋਂ ਰਾਜੇ ਨੇ ਮਰੀ ਹੋਈ ਗਊ ਮੂਹਰੇ ਸੁੱਟੀ ਕਿ ਤੂੰ ਵੱਡਾ ਭਗਤਾਂ ਜਿਉਂਦੀ ਕਰ, ਉਹਨੇ ਬੇਨਤੀ ਕਰਤੀ ਕਿ ਰਾਜਾ ਮੇਰਾ ਕੀਤਾ ਨਹੀਂ ਕੁਝ ਹੋ ਸਕਦਾ, ਇਹ ਤਾਂ ਮਾਲਕ ਦੀ ਖੇਡ ਆ। ਪਰਮਾਤਮਾ ਨੂੰ ਭਗਤ ਨਾਮਦੇਵ ਦੀ ਖਾਤਰ ਆਪਣਾ ਸੰਵਿਧਾਨ ਬਦਲਣਾ ਪਿਆ, ਮਰੀ ਹੋਈ ਗਊ ਨੂੰ ਦੁਬਾਰੇ ਸਵਾਸ ਦੇਣੇ ਪਏ। ਕਿੱਥੋਂ ਰੀਸ ਕਰੋਗੇ ਤੁਸੀਂ ਭਗਤ ਨਾਮਦੇਵ ਹੁਣਾਂ ਦੀ?
ਤੁਹਾਡੇ ਅੰਦਰ ਅਹੰਕਾਰ ਬੋਲਦਾ, ਉਹ ਇੰਨੀ ਉੱਚੀ ਅਵਸਥਾ 'ਚ ਜਾਣ ਤੋਂ ਬਾਅਦ ਵੀ ਇਹ ਕਹਿੰਦੇ ਆ ਕਿ ਰਾਜਨ ਸਾਡਾ ਕੀਤਾ ਕੁਝ ਨਹੀਂ ਹੋਵੇਗਾ, ਇਹ ਤਾਂ ਮਾਲਕ ਦੀ ਖੇਡ ਆ, ਜਿਵੇਂ ਉਹਨੂੰ ਚੰਗਾ ਲੱਗਦਾ ਉਹ ਹੋਵੇਗਾ। ਤੁਸੀਂ ਭਗਤ ਨਾਮਦੇਵ ਦੀ ਰੀਸ ਕਰਦੇ ਹੋ, ਜਿਹਦੀ ਖਾਤਰ ਪ੍ਰਮਾਤਮਾ ਨੂੰ ਦਿਉਰੇ ਘੁਮਾਉਣੇ ਪਏ, ਤੇ ਥੋੜਾ ਜਿਹਾ ਟਿਕਾਓ ਚਾਹੇ। ਤੇ ਫਿਰ ਬੋਲੇ, ਕਹਿੰਦੇ ਜੀ ਫਿਰ ਰਵਿਦਾਸ ਵਰਗੇ ਜਿਹੜੇ ਬੜੀ ਨੀਵੀਂ ਜਾਤੀ 'ਚ ਪੈਦਾ ਹੋਏ, ਮਹਾਰਾਜ ਕਹਿੰਦੇ ਹੋ ਤੁਸੀਂ ਰਵਿਦਾਸ ਦੀ ਰੀਸ ਕਿੱਥੇ ਕਰੋਗੇ? ਜਿਨ ਰਵਿਦਾਸ ਨੂੰ ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਭਗਤ ਰਵਿਦਾਸ ਜੀ ਨੇ ਤਾਂ ਇੰਨਾ ਪ੍ਰੇਮ 'ਚ ਪਰਮਾਤਮਾ ਨੂੰ ਬੰਨ ਲਿਆ, ਉਹਨੂੰ ਤਾਂ ਪੱਥਰ ਵੀ ਉਹਦੇ ਤਾਰਨੇ ਪਏ। ਉਹਦੇ ਤਾਂ ਅੰਮ੍ਰਿਤ ਦ੍ਰਿਸ਼ਟੀ ਦੇ ਨਾਲ ਵੱਡੀਆਂ ਵੱਡੀਆਂ ਰਾਣੀਆਂ ਨੂੰ ਜਦੋਂ ਉਹਨੇ ਅੰਮ੍ਰਿਤ ਦ੍ਰਿਸ਼ਟ ਪਾਈ ਤਾਂ ਉਹਨਾਂ ਨੂੰ ਸ਼ਾਂਤੀ ਮਿਲੀ। ਤੁਹਾਡੇ ਅੰਦਰ ਅੱਗ ਬਲ ਰਹੀ ਹੈ। ਕਹਿੰਦੇ ਤੁਸੀਂ ਭਗਤ ਕਬੀਰ ਦੀ ਨਿੰਦਿਆ ਕਰਦੇ ਹੋ, ਨੀਵੀਂ ਜਾਤੀ ਦਾ। ਭਗਤ ਕਬੀਰ ਵਰਗਿਆਂ ਨੇ ਤਾਂ ਇੰਨਾ ਪ੍ਰਭੂ ਦੇ ਨਾਲ ਪਿਆਰ ਕੀਤਾ, ਜੇ ਕਿਤੇ ਉਹਦੀ ਮਾਂ ਇਹ ਬਚਨ ਕਰਦੀ ਹੈ ਕਿ ਕਬੀਰ ਤੂੰ ਕਿਉਂ ਸਾਰਾ ਦਿਨ ਰਾਮ ਰਾਮ ਦਾ ਰਟਨ ਲਾ ਰੱਖਿਆ, ਪੁੱਤਰ ਆਪਣੇ ਤਾਂ ਘਰੇ ਖਾਣ ਜੋਗੇ ਦਾਣੇ ਨਹੀਂ ਹੈ, ਥੋੜਾ ਬਹੁਤ ਕੰਮ ਵੀ ਕਰ ਲਿਆ ਕਰ, ਕਿਉਂਕਿ ਉਹਨਾਂ ਨੇ ਬੁਣਨਾ ਤਣਨਾ ਤਿਆਗਤਾ ਸੀ। ਇੰਨੀ ਪ੍ਰੀਤ ਪ੍ਰਭੂ ਦੇ ਚਰਨ ਕਮਲਾਂ ਨਾਲ ਲਾਈ। ਮਹਾਰਾਜ ਜੀ ਕਹਿੰਦੇ ਉਹ ਤਾਂ ਇੰਨਾ ਵਿਛੋੜਾ ਵੀ ਨਹੀਂ ਝੱਲਦੇ। ਮਾਤਾ ਨੂੰ ਕਹਿੰਦੇ ਮਾਤਾ ਜਦੋਂ ਮੈਂ ਸਾਹ ਖਿੱਚ ਕੇ ਧਾਗਾ ਖਿੱਚਦਾ ਉਦੋਂ ਵੀ ਮੇਰੀ ਪਰਮਾਤਮਾ ਨੂੰ ਲਿਵ ਟੁੱਟਦੀ ਆ, ਮੈਂ ਇਹ ਤਣਨਾ ਬੁਣਨਾ ਤਿਆਗਤਾ। ਤੁਸੀਂ ਭਗਤ ਕਬੀਰ ਹੁਣਾਂ ਦੀ ਕਿੱਥੇ ਰੀਸ ਕਰੋਗੇ, ਜਿਨ੍ਹਾਂ ਦੀ ਰਚਨਾ ਤਾਂ ਇਹ ਕਹਿੰਦੀ ਆ, ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਬਰਗਲੇ, ਮਾਨ ਸਭੇ ਕੋ ਖਾਏ। ਤੁਹਾਡੇ ਅੰਦਰ ਅਹੰਕਾਰ ਬੋਲ ਰਿਹਾ। ਤੁਸੀਂ ਭਗਤ ਦੀ ਨਿੰਦਿਆ ਕਰਦੇ ਹੋ ਸੈਣ ਦੀ, ਜਿਹਦੀ ਖਾਤਰ ਮਾਲਕ ਨੂੰ ਆਕਾਰ ਰੂਪ ਦੇ ਅੰਦਰ ਆ ਕੇ ਸੈਣ ਭਗਤ ਦਾ ਸਰੀਰ ਧਾਰਨ ਕਰਕੇ ਉਸ ਰਾਜੇ ਦੀ ਸੇਵਾ ਕਰਨੀ ਪਈ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਸੈਣ ਭਗਤ ਨਾਈ ਬਰਾਦਰੀ 'ਚ ਪੈਦਾ ਹੋਇਆ, ਰਾਜੇ ਦੀ ਸੇਵਾ ਕਰਨ ਜਾਂਦਾ ਹੁੰਦਾ ਸੀ ਰੋਜ਼। ਇੱਕ ਦਿਨ ਗੁਰਮੁਖ ਆ ਗਏ, ਨਿਰੰਕਾਰ ਦੀ ਗੱਲ ਚੱਲ ਪਈ, ਕਾਲ ਤੋਂ ਬਾਹਰ ਹੋ ਗਏ, ਸਮੇਂ ਤੋਂ ਬਾਹਰ ਹੋ ਗਏ, ਨਾ ਜਾਇਆ ਗਿਆ। ਤੇ ਦੂਸਰੇ ਦਿਨ ਮਹਿਸੂਸ ਕਰ ਰਹੇ ਆ ਕਿ ਅੱਜ ਅਸੀਂ ਜਦੋਂ ਰਾਜੇ ਦੇ ਦਰਬਾਰ 'ਚ ਪੇਸ਼ ਹੋਵਾਂਗੇ ਸਾਡਾ ਅਪਮਾਨ ਹੋਊਗਾ, ਅਸੀਂ ਰਾਤ ਸੇਵਾ ਤੇ ਨਹੀਂ ਗਏ। ਉਧਰ ਨਿਰੰਕਾਰ ਅਕਾਲ ਪੁਰਖ ਨੇ ਸੈਣ ਨਾਈ ਦਾ ਸਰੀਰ ਧਾਰਨ ਕਰਕੇ ਰਾਜੇ ਦੀ ਆ ਕੇ ਜਾ ਕੇ ਆਪ ਸੇਵਾ ਕੀਤੀ। ਜਿਹਦੀ ਹੁਣ ਪ੍ਰਮਾਤਮਾ ਸੇਵਾ ਕਰੇ ਉਹਦੀ ਜਿਹੜੀ ਕਾਇਆ ਉਹ ਕੰਚਨ ਵਰਗੀ ਹੋਊਗੀ। ਉਹ ਇੰਨਾ ਖੁਸ਼ ਹੋ ਗਿਆ ਰਾਜਾ ਕਿ ਅੱਜ ਤੋਂ ਬਾਅਦ ਜਿਹੜਾ ਮੇਰੀ ਸੇਵਾ ਕਰਨ ਆਉਂਦਾ ਸੈਣ ਭਗਤ, ਇਹਨੂੰ ਛੁੱਟੀ ਕਰ ਦੇਣੀ ਹੈ। ਇੰਨਾ ਖੁਸ਼ ਹੋ ਗਿਆ ਕਿ ਮੈਂ ਅੱਜ ਭਰੇ ਦਰਬਾਰ ਦੇ ਅੰਦਰ ਇੰਨਾ ਉਹਨੂੰ ਸਨਮਾਨ ਦੇਵਾਂਗਾ ਕਿ ਮੈਂ ਆਪਣੀ ਪੋਸ਼ਾਕ ਉਹਦੇ ਪਾਵਾਂਗਾ। ਭਗਤ ਸੈਣ ਜੀ ਗਏ। ਹੁਣ ਸੈਣ ਜੀ ਨੇ ਤਾਂ ਜਾ ਕੇ ਬੇਨਤੀ ਕੀਤੀ, ਰਾਜਾ ਸਾਹਿਬ ਮਾਫ ਕਰਨਾ, ਮੈਂ ਰਾਤ ਉਹਦੇ ਮੂੰਹ 'ਚ ਹੀ ਸੀ ਹਲੇ ਸ਼ਬਦ। ਤੇ ਰਾਜਾ ਕਹਿੰਦਾ ਭਗਤ ਸੈਣ ਜੀ ਅੱਜ ਤੋਂ ਬਾਅਦ ਤੁਹਾਨੂੰ ਮੇਰੀ ਸੇਵਾ ਤੋਂ ਛੁੱਟੀ। ਰਾਤ ਤੁਸੀਂ ਇੰਨੇ ਪਿਆਰ ਦੇ ਨਾਲ ਸੇਵਾ ਕਰੀ, ਮੈਨੂੰ ਹੁਣ ਸੇਵਾ ਦੀ ਲੋੜ ਨਹੀਂ ਰਹੀ। ਸੈਣ ਜੀ ਸਮਝ ਗਏ ਕਿ ਮੇਰੀ ਖਾਤਰ, ਮੇਰੀ ਲਾਜ ਰੱਖਣ ਦੀ ਖਾਤਰ ਅਕਾਲ ਪੁਰਖ ਪਰਮਾਤਮਾ ਆਪ ਮੇਰੇ ਸਰੀਰ ਦੇ ਅੰਦਰ ਜਾ ਕੇ ਰਾਜੇ ਦੀ ਸੇਵਾ ਕੀਤੀ ਤੇ ਰਾਜੇ ਨੇ ਆਪਣੀ ਪੋਸ਼ਾਕ ਸੈਣ ਭਗਤ ਦੇ ਪਾ ਕੇ ਭਰੀ ਸਭਾ ਦੇ ਅੰਦਰ ਉਹਦਾ ਸਤਿਕਾਰ ਕੀਤਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਤੁਹਾਡੇ 'ਚ ਹੈ ਕਿਸੇ 'ਚ ਐਸੀ ਕਿਰਪਾ ਕਿ ਮਾਲਕ ਤੁਹਾਡੀ ਖਾਤਰ ਇਹੋ ਜਿਹਾ ਕੋਈ ਸਾਧਨ ਕਰ ਦਵੇ, ਪਿਆਰ 'ਚ ਭਿੱਜ ਕੇ ਆਪਣੇ ਸਾਰੇ ਕਾਨੂੰਨ ਬਦਲੀ ਕਰ ਦਵੇ, ਨਿਰਾਕਾਰ ਨੂੰ ਆਕਾਰ ਦੇ ਅੰਦਰ ਆਉਣਾ ਪਵੇ। ਤੁਹਾਨੂੰ ਇਸ ਗੱਲ ਦਾ ਤਾਂ ਗਿਆਨ ਹੈ ਹੀ ਕਿ ਜੇ
ਹਰਨਾਕਸ਼ ਨੂੰ ਮਾਰਨ ਦੀ ਖਾਤਰ, ਪ੍ਰਹਲਾਦ ਨੂੰ ਬਚਾਉਣ ਦੀ ਖਾਤਰ ਨਰ ਸਿੰਘ ਦਾ ਅਵਤਾਰ ਧਾਰਨ ਕਰ ਸਕਦਾ ਤਾਂ ਇਹਨਾਂ ਭਗਤਾਂ ਦੀ ਰੱਖਿਆ ਕਰਨ ਵਾਸਤੇ ਜਿਨ੍ਹਾਂ ਦੀ ਤੁਸੀਂ ਨਿੰਦਿਆ ਕਰ ਰਹੇ ਹੋ, ਪ੍ਰਮਾਤਮਾ ਨੇ ਆਪਣੇ ਸਿਧਾਂਤ ਕਾਨੂੰਨ ਬਦਲੇ ਤਾਂ ਉਹਨਾਂ ਦੀ ਬਾਣੀ ਦਰਜ ਆ। ਉਹਨਾਂ ਦੀ ਬਾਣੀ ਤਾਂ ਇਹ ਬੋਲਦੀ ਆ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦ ਜਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ। ਕਿਤੇ ਭਗਤ ਨਾਮ ਦੇਵ ਹੁਣੀ ਆਪਾਂ ਨੂੰ ਆਵਾਜ਼ ਦੇ ਰਹੇ ਆ ਕਿ ਐਸੋ ਰਾਮ ਰਾਈ ਅੰਤਰ ਜਾਮੀ, ਜੈਸੇ ਬਦਨ ਮਾਹੇ ਦਰਪਣ ਮਾਹੇ ਬਦਨ ਪਰਵਾਨੀ, ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸੁਆਮੀ ਬੀਠਲ ਐਸਾ, ਰਵਿਦਾਸ ਢਵੰਤਾ ਢੋਰ ਨੀਤ ਤਨ ਤਿਆਗੀ, ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਬਿਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਈਆਂ ਧੰਨਾ ਵਡਭਾਗਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋਸ਼ੀ ਪਰੋ ਹੋਇਓ ਲਖੀਣਾ। ਇਹਨਾਂ ਭਗਤਾਂ ਦੀ ਵਡਿਆਈ ਸੁਣ ਕੇ ਤਾਂ ਧੰਨੇ ਵਰਗਿਆਂ ਨੇ ਵੀ ਪ੍ਰਮਾਤਮਾ ਨੂੰ ਖੁਸ਼ ਕਰ ਲਿਆ, ਤੇ ਖੁਸ਼ ਕਰਕੇ ਧੰਨੇ ਨੇ ਆਵਾਜ਼ ਕੀ ਦਿੱਤਾ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ। ਉਹ ਤਾਂ ਉਸ ਪਰਮਾਤਮਾ ਦੀ ਸਾਡੇ ਨਾਲ ਸਾਂਝ ਪਾ ਰਹੇ ਆ। ਜਵਾਬ ਦਿੱਤਾ, ਚਲੇ ਗਏ। ਇੱਥੋਂ ਤੱਕ ਵੀ ਇਤਿਹਾਸਕਾਰ ਲਿਖਦਾ ਕਾਫੀ ਉੱਚੇ ਨੀਵੇਂ ਸ਼ਬਦ ਵੀ ਬੋਲੇ ਗਏ। ਤੇ ਫੇਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਬੜੀ ਤਰਤੀਬ ਦੇ ਨਾਲ ਗੁਰੂ ਸਾਹਿਬਾਨਾਂ ਦੀ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਆਪਣੇ ਤੱਕ ਬਾਣੀ ਨੂੰ ਰਾਗਾਂ ਦੇ ਨਾਲ ਭਾਈ ਗੁਰਦਾਸ ਜੀ ਦੇ ਕੋਲੋਂ ਬੜੇ ਪ੍ਰੇਮ ਦੇ ਨਾਲ ਰਾਗਾਂ ਦੇ ਧਿਆਨ ਰੱਖ ਕੇ ਪੂਰਾ ਇਹ ਆਪਣਾ ਸਾਰਾ ਗ੍ਰੰਥ ਤਿਆਰ ਕਰਵਾਇਆ। ਤੇ ਦੂਸਰੇ ਪਾਤਸ਼ਾਹ ਦੀ ਬਾਣੀ, ਤੀਸਰੇ ਦੀ ਬਾਣੀ, ਚੌਥੇ ਦੀ ਬਾਣੀ, ਪੰਜਵੇਂ ਪਾਤਸ਼ਾਹ ਦੀ ਬਾਣੀ, ਇਹ ਸਾਰੇ ਫਿਰ ਨਾਨਕ ਪਾਤਸ਼ਾਹ ਦਾ ਨਾਮ ਲਿਖ ਕੇ ਗੁਰੂ ਪਾਤਸ਼ਾਹ ਨੇ ਇਹ ਦਰਜ ਕੀਤੀ ਤੇ ਸਾਨੂੰ ਪਛਾਣ ਕਰਾਉਣ ਵਾਸਤੇ ਕਿ ਇਹ ਕਿਹੜੇ ਗੁਰੂ ਦੀ ਬਾਣੀ ਆ ਤੇ ਉਹਦੇ ਨਾਲ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਲਿਖਿਆ, ਤਾਂ ਕਿ ਸਾਨੂੰ ਪਤਾ ਲੱਗ ਜੇ ਕਿ ਇਹ ਕਿਹੜੇ ਗੁਰੂ ਦੀ ਬਾਣੀ ਆ। ਪਰ ਥੱਲੇ ਸਾਰਿਆਂ ਦੇ ਨਾਨਕ ਸਰਲੇਖ ਹੇਠ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਇਹ ਸਾਰਾ ਆਪਣੇ ਤੇ ਬਹੁਤ ਵੱਡੀ ਕਿਰਪਾ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਪੋਥੀ ਪਰਮੇਸ਼ਰ ਕਾ ਥਾਨ ਤੇ ਤਿਆਰ ਕਰਵਾ ਕੇ ਤੇ ਇਹਦੇ ਅੰਦਰ ਜਗ੍ਹਾ ਵੀ ਖਾਲੀ ਛੱਡਦੇ ਗਏ ਪੱਤਰੇ, ਕਿਉਂਕਿ ਆਉਣ ਵਾਲੇ ਸਮੇਂ ਦਾ ਮਹਾਰਾਜ ਨੂੰ ਇਸ ਗੱਲ ਦਾ ਗਿਆਨ ਸੀ ਕਿ ਸਮਾਂ ਆਵੇਗਾ ਸਾਤੋਂ ਬਾਅਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹ ਬਾਣੀ ਦਾ ਉਚਾਰਨ ਕਰਨਗੇ ਤੇ ਉਹ ਫਿਰ ਜੋ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੀ ਬਾਣੀ ਹੈ ਤੇ ਪਹਿਲਾਂ 30 ਰਾਗਾਂ ਦੇ ਅੰਦਰ ਇਹ ਸਾਰਾ ਪੋਥੀ ਪਰਮੇਸ਼ਰ ਕਾ ਥਾਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਗੁਰੂ ਗ੍ਰੰਥ ਦੀ ਪੀੜ ਤਿਆਰ ਕੀਤੀ। ਫਿਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਇਹ ਫਿਰ 9ਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਤੇ ਗੁਰੂ ਦਾ ਖਿਤਾਬ ਸੱਚਖੰਡ ਜਾਣ ਤੋਂ ਪਹਿਲੋਂ ਸਾਨੂੰ ਬਖਸ਼ਿਸ਼ ਕੀਤਾ ਤੇ 31ਵਾਂ ਰਾਗ ਜੈਜਾ ਬੰਤੀ ਦਰਜ ਕੀਤਾ ਤੇ ਹੁਕਮ ਕੀਤਾ ਆਪਾਂ ਨੂੰ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਵੋਚ ਹੈ ਖੋਜ ਸ਼ਬਦ ਮੈਂ ਲੇਹ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਜਦੋਂ ਇਹ ਪੋਥੀ ਪਰਮੇਸ਼ਰ ਦਾ ਧਿਆਨ ਤਿਆਰ ਕਰਕੇ ਫਿਰ ਲਾਹੌਰ ਨੂੰ ਭੇਜਿਆ ਭਾਈ ਬੰਨੋ ਜੀ ਨੂੰ ਇਹਦੀ ਜ਼ਿਲਤ ਚੜਵਾਉਣ ਵਾਸਤੇ, ਤੇ ਉਹ ਬੰਨੋ ਨੇ ਰਸਤੇ ਦੇ ਅੰਦਰ ਹੋਰ ਅਤਾਰਾ ਕਰ ਲਿਆ ਜਿਹਦੇ ਅੰਦਰ ਹੋਰ ਵੀ ਕਈ ਸ਼ਬਦ ਦਰਜ ਕੀਤੇ
ਜਿਹਨੂੰ ਖਾਰੀ ਬੀੜ ਦਾ ਨਾਂ ਦਿੱਤਾ ਗਿਆ। ਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਇਹ ਸਾਰਾ ਤਿਆਰ ਕਰਕੇ ਤੇ ਇਤਿਹਾਸਕਾਰ ਜਿਹੜਾ ਆਪਾਂ ਨੂੰ ਜਿਵੇਂ ਦੱਸਦੇ ਆ ਉਸ ਵਿਧੀ ਦੇ ਨਾਲ ਆਪਾਂ ਅੱਗੇ ਸਾਂਝਾ ਕਰਾਂਗੇ। ਤੇ ਬਾਅਦ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਮੁੰਦਾਵਣੀ ਆਪਾਂ ਪੜ੍ਹਦੇ ਆ ਨਾ, ਮੁੰਦਾਵਣੀ ਮਹੱਲਾ ਪੰਜਵਾਂ। ਮੁੰਦਾਵਣੀ ਦੇ ਅਰਥ ਦੋ ਕੀਤੇ ਗਏ ਨੇ। ਇੱਕ ਤਾਂ ਇਹ ਆ ਕਿ ਮੁੰਦਾਵਣੀ ਦਾ ਅਰਥ ਕੀਤਾ ਗਿਆ ਮੋਹਰ। ਜਿਵੇਂ ਰਾਜੇ ਮਹਾਰਾਜੇ ਕੋਈ ਕੀਮਤੀ ਸਮਾਨ ਉਹਨੂੰ ਕਿਸੇ ਚੀਜ਼ ਦੇ ਅੰਦਰ ਪਾ ਕੇ ਉੱਪਰ ਮੋਹਰ ਲਾ ਦਿੰਦੇ ਆ ਕਿ ਇਹਦੇ ਅੰਦਰ ਕੋਈ ਹੋਰ ਚੀਜ਼ ਨਾ ਰੱਖੀ ਜਾਵੇ, ਕੋਈ ਬਦਲੀ ਨਾ ਹੋਵੇ। ਪਹਿਲਾਂ ਪਹਿਲਾਂ ਤਾਂ ਰਾਜੇ ਮਹਾਰਾਜੇ ਆਪਣਾ ਜਿਹੜਾ ਭੋਜਨ ਤਿਆਰ ਹੋ ਕੇ ਉਹਨਾਂ ਦਾ ਆਉਂਦਾ ਉਹਦੇ ਉੱਪਰ ਵੀ ਮੋਹਰ ਲਾਈ ਜਾਂਦੀ ਕਿ ਇਹਦੇ 'ਚ ਕੋਈ ਮਿਲਾਵਟ ਨਾ ਕਰ ਦੇਵੇ। ਇੱਕ ਅਰਥ ਤਾਂ ਮੁੰਦਾਵਣੀ ਦਾ ਕੁਝ ਵਿਦਵਾਨਾਂ ਨੇ ਇਹ ਕੀਤਾ ਤੇ ਦੂਸਰਾ ਅਰਥ ਇਹ ਵੀ ਦੱਸਿਆ ਗਿਆ ਕਿ ਇਹਦਾ ਅਰਥ ਬੁਝਾਰਤ। ਇਹ ਪੋਠੋਹਾਰ ਦੀ ਬੋਲੀ ਹੈ। ਮੁੰਦਾਵਣੀ ਦਾ ਅਰਥ ਦੱਸਿਆ ਗਿਆ ਬੁਝਾਰਤ, ਕਿ ਅਸੀਂ ਸਾਰਾ ਇਹ ਤਿਆਰ ਕਰਕੇ ਬਹੁਤ ਵੱਡਾ ਖਜ਼ਾਨਾ ਤੇ ਇੱਕ ਇਹ ਬੁਝਾਰਤ ਪਾਈ ਹੈ ਜਿਹਨੂੰ ਤੁਸੀਂ ਇਹ ਖਜ਼ਾਨੇ ਚੋਂ ਲੱਭਣਾ। ਥਾਲ ਵਿੱਚ ਤਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਕਿ ਇਹ ਸਾਰਾ ਸਾਨੂੰ ਦੱਸਦਾ ਕਿ ਇਹ ਬੁਝਾਰਤ ਜਿਹੜੀ ਤੁਹਾਡਾ ਇਹ ਕਾਇਆ ਹੈ ਇਹਦੇ ਅੰਦਰ, ਤੁਹਾਡੇ ਇਹ ਸਰੀਰ ਦੇ ਅੰਦਰ ਨਾਮ ਕਿੱਥੇ ਆ, ਤੁਹਾਡੇ ਇਹ ਸਰੀਰ ਦੇ ਅੰਦਰ ਅਕਾਲ ਪੁਰਖ ਪ੍ਰਮਾਤਮਾ ਜੀ ਕਿੱਥੇ ਬੈਠੇ ਨੇ, ਤੁਹਾਡੇ ਇਹ ਸਰੀਰ ਦੇ ਅੰਦਰ ਤੁਹਾਡੇ ਮਨ ਦੀ ਖੁਰਾਕ ਅੰਮ੍ਰਿਤ ਰਸ ਦਾ ਖੂਹ ਕਿੱਥੇ ਆ। ਇਹ ਸਾਰੀ ਇੱਕ ਬੁਝਾਰਤ ਪਾ ਕੇ ਸਾਨੂੰ ਦੱਸਿਆ ਕਿ ਤੁਸੀਂ ਇਹ ਬੁਝਾਰਤ ਬੁੱਝਣ ਦੇ ਲਈ ਤੇ ਸਤ ਸੰਤੋਖ ਪ੍ਰਾਪਤ ਕਰਨ ਦੇ ਲਈ ਤੇ ਤੁਸੀਂ ਭਾਈ ਇਹ ਸਾਰੀ ਬਾਣੀ ਨੂੰ ਪੜ੍ਹਨਾ, ਖੋਜਣਾ ਔਰ ਆਪਦੀ ਇਸ ਕਾਇਆ ਦੇ ਅੰਦਰੋਂ ਖੋਜ ਕਰਕੇ ਗੁਰਮੁਖ ਬਣਨਾ। ਜੋ ਆਪਾਂ ਨੂੰ ਭਾਈ ਸੇਵਾ ਸਿੰਘ ਜੀ ਧਰਮਾਲਾ ਉਹਨਾਂ ਦੀ ਸੰਗਤ ਕਰਨ ਦੇ ਨਾਲ ਸਾਰੇ ਗੁਰਮੁਖਾਂ ਨੂੰ ਸੋਝੀ ਆਈ ਕਿ ਇਹ ਬੁਝਾਰਤ, ਜਿਵੇਂ ਇੱਕ ਜਗ੍ਹਾ ਹੋਰ ਵੀ ਆਪਾਂ ਪੜ੍ਹਦੇ ਹਾਂ, ਪਵਨ ਪਾਣੀ ਅਗਨੀ ਕਾ ਮੇਲ, ਚੰਚਲ ਚੱਪਲ ਬੁੱਧ ਕਾ ਖੇਲ, 9 ਦਰਵਾਜੇ 10ਵਾਂ ਦਵਾਰ, ਬੁਝਰੇ ਗਿਆਨੀ ਇਹ ਵਿਚਾਰ। ਤੇ ਇਸੇ ਤਰ੍ਹਾਂ ਇਹਦੇ ਅਰਥ ਬੁਝਾਰਤ ਵੀ ਕੀਤੇ ਗਏ। ਤੇ ਉਸ ਤੋਂ ਬਾਅਦ ਜਿਹੜਾ ਆਪਾਂ ਪੜ੍ਹਦੇ ਹਾਂ ਸ਼ਲੋਕ ਕਿ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ, ਇਹ ਵੀ ਇਹੋ ਹੀ ਦੱਸਿਆ ਕਿ ਜਿੰਨੇ ਵੀ ਪੁਰਾਣੇ ਗ੍ਰੰਥ ਉਹਨਾਂ 'ਚ 3 ਵਾਰ ਮੰਗਲ ਕੀਤਾ ਗਿਆ। ਇੱਕ ਆਰੰਭਤਾ ਵੇਲੇ ਕਿ ਜਦੋਂ ਕੋਈ ਗ੍ਰੰਥ ਲਿਖ ਦਿਆ ਜਾਂਦਾ ਉਹਦੇ ਲਿਖਣ ਵੇਲੇ ਜਿਹੜੀ ਸਾਡੀ ਨਾਸਤਿਕ ਬੁੱਧੀ ਆ, ਇਹ ਸਾਡੀ ਬੁੱਧੀ ਆਸਤਿਕ ਰਵੇ ਕਿਤੇ ਨਾਸਤਿਕ ਨਾ ਹੋ ਜੇ, ਇਹ ਮੰਗਲ। ਤੇ ਦੂਸਰਾ ਜਦੋਂ ਗ੍ਰੰਥ ਮੱਧ ਦੇ ਅੰਦਰ ਚਲਿਆ ਜਾਂਦਾ ਤੇ ਉਦੋਂ ਵੀ ਸੰਪੂਰਨ ਹੋ ਜੇ ਉਦੋਂ ਮੰਗਲ ਲਿਖਿਆ ਜਾਂਦਾ। ਤੇ ਤੀਸਰਾ ਹੈ ਸੰਪੂਰਨਤਾ ਤੇ, ਤਾਂ ਕਿ ਜੋ ਅਸੀਂ ਇਹ ਕਾਰਜ ਕੀਤਾ ਪਰ ਜਿਹੜੇ ਪੁਰਾਣੇ ਗ੍ਰੰਥ ਆ ਉਹਨਾਂ ਦਾ ਵੇਰਵਾ ਦੇ ਕੇ ਸਮਝਾਇਆ ਗਿਆ ਕਿ ਲਿਖਣ ਵਾਲੇ ਇਹ ਪੱਖ ਮੰਨਦੇ ਕਿ ਅਖੀਰ ਤੇ ਜਾ ਕੇ ਮੰਗਲ ਕੀਤਾ ਜਾਵੇ। ਕਿਤੇ ਸਾਡੇ ਕੋਲੋਂ ਜਿਹੜੇ ਮਾਲਕ ਨੇ ਇਹ ਅਨੁਭਵ ਖੋਲ ਕੇ ਇਹ ਗ੍ਰੰਥ ਲਿਖਵਾਏ ਨੇ, ਅਸੀਂ ਉਸ ਮਾਲਕ ਨੂੰ ਨਾ ਭੁੱਲ ਜਾਈਏ, ਅਕਿਰਤ ਘਣ ਨਾ ਹੋ ਜਾਈਏ। ਅਕਿਰਤ ਘਣਤਾ ਤੋਂ ਬਚਣ ਵਾਸਤੇ ਇਸ ਤਰ੍ਹਾਂ ਇਹ ਸਾਰਾ ਇਤਿਹਾਸ ਦੇ ਅੰਦਰ ਆਪਾਂ ਨੂੰ ਗਿਆਨ ਮਿਲਦਾ। ਅੱਗੇ ਆ ਜਾਂਦੀ ਆ ਗੁਰੂ ਪਿਆਰ ਵਾਲਿਓ ਰਾਗਮਾਲਾ। ਇਹਦਾ ਜਿਹੜਾ ਇਤਿਹਾਸਕ ਪੱਖ ਆ ਇਹ ਦੱਸਿਆ ਜਾਂਦਾ ਕਿ ਇੱਕ ਵਾਰ ਨਾਰਦ ਮੁਨੀ ਬ੍ਰਹਮਾ ਦੇ ਪੁੱਤਰ ਜਿਹਨੂੰ ਮੰਨਿਆ ਜਾਂਦਾ, ਉਹ ਰਾਗਾਂ ਦੇ ਦੇਸ਼ 'ਚ ਗਏ। ਉੱਥੇ ਜਾ ਕੇ ਜਿਹੜੇ ਰਾਗ ਸੀ ਜਦੋਂ ਉਹਨਾਂ ਕੋਲੇ ਨਾਰਦ ਮੁਨੀ ਜੀ ਪਹੁੰਚੇ
ਤਾਂ ਕਲਯੁਗ ਦੇ ਸਮੇਂ ਦੇ ਸਤਾਏ ਹੋਏ ਸਾਰੇ ਰਾਗ ਉਹ ਨਾਰਦ ਮੁਨੀ ਕੋਲੇ ਆਪਣਾ ਦੁੱਖ ਰੋਣਾ ਉਹਨਾਂ ਨੇ ਸ਼ੁਰੂ ਕੀਤਾ ਕਿ ਜੀ ਕਲਯੁਗ ਦੇ ਸਮੇਂ ਦੇ ਅੰਦਰ ਜਿਹੜੇ ਰਾਗੀ ਲੋਕ ਨੇ ਸਾਨੂੰ ਵੇਲੇ ਕਵੇਲੇ ਗਵਾਉਂਦੇ ਨੇ, ਵੇਲੇ ਕਵੇਲੇ ਗਾਉਂਦੇ ਨੇ ਜਾਂ ਬੇਸੁਰੇ ਗਾਉਂਦੇ ਨੇ, ਇਸ ਕਰਕੇ ਸਾਨੂੰ ਬਹੁਤ ਦੁੱਖ ਮਹਿਸੂਸ ਹੁੰਦਾ ਹੈ। ਤਾਂ ਨਾਰਦ ਜੀ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਕਲਯੁਗ ਦੇ ਸਮੇਂ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਸਾਹਿਬ ਜੀ ਕਲਯੁਗੀ ਜੀਵਾਂ ਦਾ ਆਧਾਰ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰ ਰਹੇ ਆ ਤੇ ਜਿਨ੍ਹਾਂ ਵਿੱਚ ਸਾਰੀ ਬਾਣੀ ਰਾਗਾਂ ਦੀ ਰੀਤੀ ਅਨੁਸਾਰ ਉਚਾਰਨ ਕੀਤੀ ਹੈ। ਉਹ ਰਾਗ ਵਿਦਿਆ ਦਾ ਬੜਾ ਸਤਿਕਾਰ ਕਰਦੇ ਨੇ। ਉਹਨਾਂ ਕੋਲੇ ਜਾਓ, ਉਹ ਤੁਹਾਡੇ ਦੁੱਖ ਦੀ ਨਿਵਰਤੀ ਕਰਨਗੇ। ਫਿਰ ਰਾਗਾਂ ਨੇ ਆਪਣੇ ਪਰਿਵਾਰਾਂ ਸਮੇਤ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਕਿ ਦੁੱਖ ਦੱਸੇ ਕਿ ਪਾਤਸ਼ਾਹ ਸਾਡਾ ਵੀ ਕਲਿਆਣ ਕਰੋ। ਜਿੱਥੇ ਇਹ ਬਾਣੀ ਪੜ੍ਹ ਕੇ ਪਸ਼ੂ ਪ੍ਰੇਤ ਮੁਗਧ ਦਾ ਕਲਿਆਣ ਹੋਣਾ, ਸਾਡੇ ਤੇ ਵੀ ਤਰਸ ਕਰੋ, ਸਾਡੇ ਤੇ ਵੀ ਰਹਿਮ ਕਰੋ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਭਾਈ ਹੁਣ ਤਾਂ ਅਸੀਂ ਮੋਹਰ ਲਾ ਚੁੱਕੇ ਹਾਂ ਮੁੰਦਾਬਣੀ, ਤੇ ਹੁਣ ਤਾਂ ਮੁਸ਼ਕਲ ਹੈ। ਉਹਨਾਂ ਨੇ ਵਿਰਾਗ ਦੇ ਅੰਦਰ ਬੇਨਤੀ ਕੀਤੀ ਕਿ ਪਾਤਸ਼ਾਹ ਤੁਸੀਂ ਸਮਰੱਥ ਹੋ, ਤੁਸੀਂ ਜੋ ਚਾਹੋ ਕਰ ਸਕਦੇ ਹੋ, ਸਾਨੂੰ ਇੰਨਾ ਗਿਆਨ ਹੈ। ਤੇ ਉਹਨਾਂ ਤੇ ਤਰਸ ਕਰਕੇ ਫੇਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਇਹ ਬਚਨ ਕੀਤਾ ਕਿ ਭਾਈ ਜੋ ਬਚੀ ਹੋਈ ਸਿਆਹੀ ਹੈ, ਉਸੇ ਸਿਆਹੀ ਦੇ ਨਾਲ, ਉਸੇ ਕਲਮ ਦੇ ਨਾਲ ਤੇ ਉਹਨਾਂ ਦਾ ਦੁੱਖ ਦੂਰ ਕਰਨ ਵਾਸਤੇ ਤੇ ਉਹਨਾਂ ਸਾਰੇ ਰਾਗਾਂ ਦਾ ਰਾਗਮਾਲਾ ਦੇ ਅੰਦਰ ਬੜੀ ਤਰਤੀਬ ਦੇ ਨਾਲ ਖਸ਼ਟ ਰਾਗ ਉਨ ਗਾਏ ਸੰਗ ਰਾਗਨੀ ਤੀਸ ਸਭੈ ਪੁੱਤਰ ਰਾਗਨ ਕੇ 18 10 20 ਤੇ ਇਹ ਰਾਗ ਮਾਲਾ ਨੂੰ ਦਰਜ ਕੀਤਾ ਤੇ ਹੁਕਮ ਕੀਤਾ ਕਿ ਭੋਗ ਦੇ ਸ਼ਲੋਕ ਪੜਨ ਤੋਂ ਬਾਅਦ ਰਾਗ ਮਾਲਾ ਪੜ੍ਹ ਕੇ ਭੋਗ ਆਪਾਂ ਪਾਉਣਾ। ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਉੱਪਰ ਪਾਠ ਆਰੰਭ ਕਰਵਾ ਕੇ 13ਵੇਂ ਦਿਨ ਬਾਬਾ ਬੁੱਢਾ ਜੀ ਤੋਂ ਰਾਗ ਮਾਲਾ ਪੜ੍ਹ ਕੇ ਭੋਗ ਪਵਾਇਆ। ਇਸ ਤਰ੍ਹਾਂ ਦੇ ਨਾਲ ਗੁਰੂ ਪਿਆਰੀ ਸਾਧ ਸੰਗਤ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਨੇ ਸਾਡੇ ਤੇ ਇਹ ਬੜਾ ਵੱਡਾ ਪਰ ਉਪਕਾਰ ਕੀਤਾ ਕਲਯੁਗ ਦੇ ਸਮੇਂ ਦੇ ਅੰਦਰ ਕਿ ਜੇ ਤੁਸੀਂ ਭਾਈ ਆਪਦੇ ਜੀਵਨ ਦਾ ਪੂਰਨ ਤੌਰ ਤੇ ਲਾਹਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆ ਦੁਨੀਆ ਦੇ ਗਿਆਨ ਦੇ ਨਾਲ ਨਾਲ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਕਿ ਤੁਹਾਡੇ ਜੀਵਨ ਦੇ ਵਿੱਚੋਂ ਗੁਰੂ ਦੇ ਗਿਆਨ ਤੋਂ ਬਗੈਰ ਹਨੇਰਾ ਦੂਰ ਨਹੀਂ ਹੋਵੇਗਾ। ਉਹ ਅੱਜ ਆਪਾਂ ਵੇਖ ਹੀ ਰਹੇ ਹਾਂ, ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ, ਪਰ ਫਿਰ ਵੀ ਕਈ ਵਾਰ ਅੱਛਾ ਟੀਚਰ ਨਾ ਮਿਲਣ ਕਰਕੇ, ਸਾਧੂ ਸੰਤ ਮਹਾਤਮਾ ਕੋਈ ਪੂਰਾ ਨਾ ਮਿਲਣ ਕਰਕੇ ਅੱਜ ਸੰਸਾਰ ਏਡਾ ਵੱਡਾ ਖਜ਼ਾਨਾ ਸਾਡੇ ਕੋਲੇ ਹੋਣ ਦੇ ਬਾਵਜੂਦ ਵੀ ਇਸ ਤਰ੍ਹਾਂ ਤੜਫ ਰਹੇ ਆ ਜਿਵੇਂ ਕਿਸੇ ਮਛਲੀ ਨੂੰ ਪਾਣੀ ਚੋਂ ਕੱਢ ਕੇ ਆਪਾਂ ਬਾਹਰ ਸੁੱਟ ਦਿਓ, ਤੜਫੀ ਜਾਂਦੀ ਹੈ। ਆਪਾਂ ਸਤਿਗੁਰੂ ਨਿਰੰਕਾਰ ਪਰਮਾਤਮਾ ਦੇ ਬਹੁਤ ਸਾਰਾ ਉਹਨਾਂ ਦਾ ਧੰਨਵਾਦ ਕਰਿਆ ਕਰੀਏ ਹਿਰਦੇ ਚੋਂ, ਜਿਨ੍ਹਾਂ ਨੇ ਸਾਨੂੰ ਐਸੇ ਗੁਰਮੁਖਾਂ ਦੀ ਸੰਗਤ ਬਖਸ਼ਤੀ। ਹੁਣ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤਾਂ ਵੀ ਆਪਣੇ ਮਨ ਨੂੰ ਸ਼ਾਂਤੀ ਆਉਂਦੀ ਹੈ, ਸਮਝ ਆਈ ਜਾਂਦੀ ਹੈ। ਫਿਰ ਬਾਣੀ ਜੋ ਸਾਨੂੰ ਹੁਕਮ ਕਰ ਰਹੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਫਿਰ ਜੋ ਬਾਣੀ ਦਾ ਸਾਨੂੰ ਹੁਕਮ
ਗੁਰੂ ਪਿਆਰੀ ਸਾਧ ਸੰਗਤ, ਜਦੋਂ ਆਪਾਂ ਫਿਰ ਗੁਰਮੰਤਰ ਨੂੰ ਦ੍ਰਿੜ ਕਰਦੇ ਆਂ, ਗੁਰਮੰਤਰ ਦਾ ਸਿਮਰਨ ਕਰਦੇ ਆਂ, ਜਾਪ ਕਰਦੇ ਆਂ, ਤੇ ਸਾਡੇ ਮਨਾਂ ਨੂੰ ਟਿਕਾਊ ਆ ਰਿਹਾ। ਜਿੰਨੀ ਜਿੰਨੀ ਕੁ ਕਿਸੇ ਦੀ ਮਿਹਨਤ ਹੈ, ਉਨੀ ਉਨੀ ਕੁ ਅਸੀਂ ਪ੍ਰਭੂ ਦੀ ਕਿਰਪਾ ਦੇ ਪਾਤਰ ਬਣ ਰਹੇ ਹਾਂ। ਜਿੰਨਾ ਜਿੰਨਾ ਕੁ ਸਾਡੇ ਮਨਾਂ ਦੇ ਅੰਦਰ ਪਿਆਰ ਹੈ, ਉਨੀ ਉਨੀ ਮਾਲਕ ਸਾਡੇ ਤੇ ਕਿਰਪਾ ਕਰ ਰਹੇ ਆ। ਕਿਸੇ ਜਗਿਆਸੂ ਨੂੰ ਸ਼ਬਦ ਸੁਣ ਰਹੇ ਆ, ਕੋਈ ਨਾਮ ਦਾ ਰਸ ਪੀ ਰਿਹਾ, ਕੋਈ ਵੀ ਝਲਮਲਕਾਰ ਦਸੰਤਾ ਦੇਖ ਰਿਹਾ, ਤੇ ਕੋਈ ਪ੍ਰਕਾਸ਼ ਤੱਕ ਵੀ ਆ, ਕੋਈ ਸਹਿਜ ਚ ਜਾ ਕੇ ਬਿਠਾ ਰਹਿੰਦਾ। ਕਹਿਣ ਤੋਂ ਭਾਵ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਪੜ ਕੇ ਸਾਨੂੰ ਹੁਣ ਸੋਝੀ ਆ ਗਈ ਸਾਡੇ ਜੀਵਨ ਦੇ ਅਸਲੀ ਮਨੋਰਥ ਦੀ, ਕਿ ਅਸੀਂ ਇੱਥੇ ਕਿਵੇਂ ਮਾਨਸ ਦਾ ਜਾਮਾ, ਜਿਹੜਾ ਬੜੇ ਲੰਬੇ ਸਮੇਂ ਤੋਂ ਬਾਅਦ ਆਪਾਂ ਨੂੰ ਮਿਲਿਆ, ਇਹਦੇ ਚ ਰਹਿੰਦਿਆਂ ਹੋਇਆਂ ਅਸੀਂ ਕਿਸ ਤਰ੍ਹਾਂ ਆਪਣੇ ਜੀਵਨ ਦਾ ਸਫ਼ਰ ਕਰਨਾ ਤੇ ਸਾਡੀ ਯਾਤਰਾ ਸਫਲ ਹੋ ਜੇ। ਉਹ ਗੁਰਮੁਖ ਪਿਆਰਿਓ, ਆਪਾਂ ਸਾਰੇ ਉਦਮ ਕਰ ਰਹੇ ਹਾਂ ਮਾਲਕ ਦੀ ਦ੍ਰਿਸ਼ਟੀ ਦੇ ਨਾਲ, ਕਿਰਪਾ ਦੇ ਨਾਲ। ਤੇ ਵੇਖੋ ਆ ਕਿੱਡਾ ਵੱਡਾ ਸਾਧਨ ਆਪਣੇ ਕੋਲੇ ਬਣ ਗਿਆ, ਕਲਾ ਦਾ ਯੁੱਗ ਆ, ਵਿਗਿਆਨ ਦਾ। ਦੂਰ ਦਰੇਡੇ ਬੈਠੇ ਹੋਏ ਅਸੀਂ ਕਿਤੇ ਗੁਰਬਾਣੀ ਦੇ ਪਾਠ ਦੇ ਰੂਪ ਦੇ ਅੰਦਰ, ਕਿਤੇ ਸਿਮਰਨ ਦੇ ਰੂਪ ਦੇ ਅੰਦਰ, ਕਿਤੇ ਕਥਾ ਦੇ ਰੂਪ ਦੇ ਅੰਦਰ, ਜਾਣੀ ਕਿ ਕਹਿਣ ਤੋਂ ਭਾਵ ਹਰ ਰੋਜ਼ ਅਸੀਂ ਲਾਹਾ ਲੈ ਰਹੇ ਹਾਂ ਆਪਣੇ ਜੀਵਨ ਦਾ। ਤੇ ਸਾਰੇ ਜਿੰਨੇ ਸੇਵਾਦਾਰ ਨੇ, ਭਾਈ ਹਰਪ੍ਰੀਤ ਸਿੰਘ ਹੋਰੀ, ਤੇ ਜਿੰਨੇ ਵੀ ਇਸ ਆਪਣੀ ਜਿਹੜੀ ਚੱਲ ਰਹੀ ਹੈ ਡੇਲੀ ਗੁਰਮਤਿ ਕਲਾਸ, ਕੋਈ ਵੀ ਪ੍ਰਬੰਧ ਦੀ ਸੇਵਾ ਕਰਦਾ, ਕੋਈ ਬਾਣੀ ਪੜ੍ਹ ਕੇ ਕਰਦਾ, ਕੋਈ ਸੁਣਨ ਦੀ ਕਰਦਾ, ਤੇ ਕੋਈ ਆਪਣਾ ਸਿਮਰਨ ਕਰਾਉਣ ਦੀ ਕਰਦਾ, ਕੋਈ ਕਥਾ ਦੀ ਡਿਊਟੀ ਕਰਦਾ। ਆਪਣੀ ਸਾਰਿਆਂ ਦੀ ਸਫਲ ਹੋ ਜਾਣੀ ਹੈ, ਕਿਉਂਕਿ ਬਾਣੀ ਚ ਪਾਤਸ਼ਾਹ ਨੇ ਆਪਾਂ ਨੂੰ ਗਿਆਨ ਦਿੱਤਾ, ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਹੁਣ ਸਾਨੂੰ ਭੇਦ ਆ ਗਿਆ ਕਿ ਕਿਵੇਂ ਏਡੇ ਜਿਹੜੇ ਅਮੋਲਕ ਵਚਨ ਨੇ, ਜੋ ਪਾਤਸ਼ਾਹ ਨੇ ਸਾਨੂੰ ਗਿਆਨ ਦਿੱਤਾ, ਸ਼ਬਦਾਂ ਮਾਹੇ ਵਖਾਣੀਏ, ਬਿਰਲਾ ਤਾਂ ਬੂਝੈ ਕੋਏ, ਤੇ ਉਹਨਾਂ ਸ਼ਬਦਾਂ ਨੂੰ ਅਸੀਂ ਕਿੰਨੇ ਸਤਿਕਾਰ ਦੇ ਨਾਲ ਆਪਦੀ ਰਸਨਾ ਤੋਂ ਬੋਲਣਾ, ਕਿੰਨੇ ਸਤਿਕਾਰ ਦੇ ਨਾਲ ਸੁਣ ਕੇ ਕੰਨਾਂ ਰਾਹੀਂ ਆਪਣੇ ਮਨ ਚ ਵਸਾਉਣਾ। ਤੇ ਇੱਕ ਇੱਕ ਜਿਵੇਂ ਹੰਸ ਮੋਤੀ ਚੁਗਦੇ ਆ ਨਾ, ਜਿਨ੍ਹਾਂ ਨੂੰ ਸੱਚੀ ਸੰਗਤ ਮਿਲ ਜਾਂਦੀ ਹੈ, ਉਹ ਤਾਂ ਫਿਰ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦਾਂ ਨੂੰ ਮੋਤੀਆਂ ਵਾਂਗ ਚੁਗਦੇ ਆ। ਤੇ ਜਿਹੜੇ ਜਿਹੜੇ ਜੀਵ ਵੀ ਫਿਰ ਇਸ ਗੱਲ ਦਾ ਆਪਣੇ ਜੀਵਨ ਦੇ ਅੰਦਰ ਕਰ ਲੈਂਦੇ ਆ ਨਿਰਣਾ, ਕਿ ਸਤਿਗੁਰ ਵਾਜੋ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਇੱਕ ਵੀ ਪਾਤਸ਼ਾਹ ਦੀ ਸਿੱਖਿਆ ਆਪਣੇ ਮਨ ਦੇ ਅੰਦਰ ਵਸਾ ਲਈ। ਮਹਾਰਾਜ ਆਪਾਂ ਨੂੰ ਰੋਜ਼ ਸਮਝਾਉਂਦੇ ਨੇ, ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਪਾਤਸ਼ਾਹ ਨੇ ਸਾਡੇ ਤੇ ਵੀ ਮਹਾਨ ਕਿਰਪਾ ਕੀਤੀ ਆ ਸਾਰਿਆਂ ਤੇ। ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਮਨਾ ਰਹੇ ਹਾਂ। ਵਾਹਿਗੁਰੂ ਦੇ ਖੇਲ ਦਾ ਨਹੀਂ ਪਤਾ, ਆਉਂਦੇ ਪ੍ਰਕਾਸ਼ ਨੂੰ ਕਿੰਨਾ ਕੋਲੇ ਸਮਾਂ ਹੋਵੇ ਨਾ ਹੋਵੇ, ਕਿਉਂਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ, ਇੱਕ ਸਵਾਸ ਦੇ ਉੱਪਰ ਖੜੀ ਹੈ। ਇਸ ਕਰਕੇ ਗੁਰਮੁਖੋ ਵੱਧ ਤੋਂ ਵੱਧ ਆਪਾਂ ਜਦੋਂ ਵੀ ਸਮਾਂ ਮਿਲਦਾ ਲਾਹਾ ਲੈਣਾ ਹੁੰਦਾ, ਕਿਉਂਕਿ ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤਕ ਫੱਕੜੇ ਸਭ ਮੁਕਦੀ ਚੱਲੀ ਰਹਿਣ। ਲਾਹਾ ਵੀ ਆਪਾਂ ਕੀ ਲੈਣਾ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹ ਬੇਨਤੀਆਂ ਨੇ ਸਤਿਗੁਰੂ ਪਾਤਸ਼ਾਹ ਨੇ ਜਿੰਨੀ ਕੁ ਮਤ ਬੁੱਧ ਬਖਸ਼ੀ। ਜੋ ਆਪਾਂ ਇਤਿਹਾਸ ਪੜ੍ਹਿਆ, ਹੁਕਮ ਸੀ ਗੁਰਮੁਖਾਂ ਦਾ ਕਿ ਇਤਿਹਾਸ ਦੀ ਵਿਚਾਰ ਕਰਿਓ, ਤੇ ਉਹ ਆਪਾਂ ਸਾਂਝ ਪਾਈ ਸਾਰਿਆਂ ਨੇ। ਸਤਿਗੁਰੂ ਪਾਤਸ਼ਾਹ ਆਪਣੇ ਸਾਰਿਆਂ ਤੇ ਰਹਿਮਤ ਕਰਨ, ਦਇਆ ਕਰਨ। ਅੱਜ ਦੇ ਇਸ ਮਹਾਨ ਦਿਹਾੜੇ ਤੇ
ਜੋ ਜੋ ਵੀ ਗੁਰਮੁਖਾਂ ਨੇ ਸੇਵਾ ਕੀਤੀ, ਕਿਸੇ ਨੇ ਸੁਣਨ ਦੀ, ਕਿਸੇ ਨੇ ਬੋਲਣ ਦੀ, ਤੇ ਸਤਿਗੁਰੂ ਸਾਰਿਆਂ ਦੀਆਂ ਸੇਵਾਵਾਂ ਲੇਖੇ ਦੇ ਅੰਦਰ ਲਾਉਣ ਤੇ ਸਾਨੂੰ ਸਾਰਿਆਂ ਨੂੰ ਕਿਰਪਾ ਕਰਕੇ ਉਹ ਵਸਤੂ ਦੇਣ ਜਿਹੜੀ ਵਸਤੂ ਮਿਲ ਕੇ ਆਪਾਂ ਵਡਭਾਗੀ ਹੋਣਾ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਤੁਸੀਂ ਸਾਰੀਆਂ ਸੰਗਤਾਂ ਰੱਬ ਦਾ ਰੂਪ ਕਿਰਪਾ ਕਰਕੇ ਇੱਕ ਅਸੀਸ ਦੇ ਦਿਓ ਕਿ ਦੇਹੋ ਸੱਜਣ ਅਸੀਸੜੀਆਂ ਜਾਂ ਹੋਵੇ ਸਹਿਬ ਸਿਉ ਮੇਲ। ਵਿਚਾਰ ਕਰਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ।